ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरे। सब ते वड्डा सतगुरु नानक, जिन कल राखी मेरे। ज्ञान ध्यान किछ कर्म न जाना, नाहि न निर्मल करणी। साधु संगत कै अंचल लाओ, बिकम नदी जाए तरणी। साधु संगत कै अंचल लावो, बिकम नदी जाए तरणी। सतगुरु नो सब को देखदा, जेता जगत संसार। डिठै मुक्त न होवै, विचर शब्द न करे विचार। सतनाम वाहिगुरु साहिब जी। सूही महला चौथा। हर पहलड़ी लाम प्रवृत्ति कर्म दृढ़ाया, बलराम जियो। बाणी ब्रह्मा वेद धर्म दृढ़ो, पाप तजाया बलराम जियो। धर्म दृढ़ो हर नाम ते आवो, सिमरत नाम दृढ़ाया। सतगुरु गुरपूरा यारा दो, सब किल विख पाप गवाया। सहज आनंद हुआ वड पागी, मानो हर हर मीठा लाया। जन कहे नानक लाऊं पहली, आरंभ काज रचाया। जन कहे नानक लाम पहले, आरंभ काज रचाया। परम सम्मान योग शहनशाह सतगुरु धन धन गुरु ग्रंथ साहिब जी की पावन हजूरी अंदर शामा दे गुरमत समागम दी हाजरियां भर रहे सत्संगी हो, वडभागी हो, जो जीवन दियां कुछ घड़ियां विच इस परिवार दे इस खुशियां भरे समागम विच बच्ची दे आनंद कारज की खुशी विच अपने गृह विखे रोजाना शाम दे दीवाना दी हाजरी भर के गुरबाणी कीर्तन गुरबाणी विचारां नाल अपनी सांझ पाउण दा यतन करदे हां। अज दा जो विशा दास नूं अलॉट किया गया दिता गया वो है लावां दा पाठ अते आनंद कारज। हर धर्म के अंदर इस कारज नूं वख-वख नावां नाल बुलाया जाता है, पर गुरमत के अंदर इस कारज नूं आनंद कारज का नाम दिता गया है। अते ये कारज बाकी जीवन के चार मुख संस्कार जो हर सिख घर विच हुंदे ने, पहला जन्म ते नामकरण संस्कार, दूजा अमृत संस्कार, तीजा आनंद कारज अते चौथा मृतक संस्कार। ये संस्कार जिथे सानू सिख रहत मर्यादा नाल जोड़दे ने, उत्थे सिख दे इम्तिहान की कसौटी भी साडे जीवन के ये कारज हुंदे ने कि की सिख इन्हां कारजां विच कर्मकांडी तौर ते ही गुरु ग्रंथ साहिब जी का प्रकाश करदा या सचमुच गुरबाणी नूं पढ़ के सुन के विचार के
ਜਿਸ ਕਾਰਜ ਵਾਸਤੇ ਵੀ ਅਸੀਂ ਇਕੱਤਰ ਹੁੰਦੇ ਹਾਂ ਕਿ ਉਸ ਨੂੰ ਗੁਰਮਤਿ ਦੀ ਕਸਵੱਟੀ ਤੇ ਪੂਰਾ ਉਤਰਦੇ ਹਾਂ ਜਾਂ ਨਹੀਂ, ਇਹ ਇਮਤਿਹਾਨ ਵੀ ਹੁੰਦਾ ਸਾਡਾ। ਮੈਂ ਅੱਜ ਇਸ ਵਿਸ਼ੇ ਦੇ ਉੱਪਰ ਹੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰਾਂਗਾ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਕਾਰਜ ਕੀ ਹੈ, ਇਹ ਸਮਝਣ ਲਈ ਸਾਨੂੰ ਪਹਿਲਾਂ ਆਨੰਦ ਦੀ ਪਰਿਭਾਸ਼ਾ ਸਮਝਣੀ ਪਏਗੀ। ਆਨੰਦ ਕਿਹਨੂੰ ਕਹਿੰਦੇ ਨੇ? ਤੇ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਲਫ਼ਜ਼ੀ ਅਰਥ ਕਰਾਂਗਾ ਤਾਂ ਕਿ ਸਭ ਨੂੰ ਪਹਿਲਾਂ ਆਨੰਦ ਦਾ ਪਤਾ ਲੱਗ ਜਾਏ ਆਨੰਦ ਕਿਹਨੂੰ ਕਹਿੰਦੇ ਨੇ। ਵੈਸੇ ਸਾਡੀ ਬੋਲੀ ਵਿੱਚ ਇਹ ਸ਼ਬਦ ਆਮ ਵਰਤਿਆ ਕਿ ਬੰਦਾ ਭੋਜਨ ਛਕਦਾ ਹੋਵੇ, ਉਹਨੂੰ ਪੁੱਛੇ ਵੀ ਹੋਰ ਲਾਓਗੇ ਪ੍ਰਸ਼ਾਦਾ ਜਾਂ ਹੋਰ ਖੀਰ ਜਾਂ ਕੋਈ ਖਾਣ ਦਾ ਪਕਵਾਨ, ਉਹ ਕਹਿੰਦੇ ਬਸ ਆਨੰਦ ਹੈ ਜੀ, ਆਨੰਦ ਹੈ। ਜਾਂ ਭੁੱਖ ਵੀ ਰਹਿ ਗਈ ਹੋਵੇ ਤਾਂ ਹੀ ਪੁੱਛਦੇ ਹੋਰ ਲਓ ਜੀ ਪ੍ਰਸ਼ਾਦਾ, ਅੱਗੋਂ ਕਹਿੰਦੇ ਬਸ ਜੀ ਆਨੰਦ ਹੋ ਗਿਆ। ਕੀ ਇਹੀ ਆਨੰਦ ਹੈ ਕਿ ਅਸੀਂ ਰੱਜ ਗਏ? ਕੀ ਜੇ ਇਹੀ ਆਨੰਦ ਹੈ ਕਿ ਸਾਨੂੰ ਸਵਾਦ ਬਹੁਤ ਭੋਜਨ ਲੱਗਾ, ਜਾਂ ਕਿਸੇ ਨੇ ਬਹੁਤ ਵਧੀਆ ਕੱਪੜੇ ਪਾ ਲਏ ਹੋਣ ਤੇ ਉਹਨੂੰ ਆਮ ਤੌਰ ਤੇ ਬੀਬੀਆਂ ਕਈ ਵਾਰ ਇੱਕ ਦੂਜੇ ਦਾ ਸੂਟ ਵੇਖ ਕੇ ਵੀ ਹੱਸ ਦਿੰਦੀਆਂ ਨੇ, ਇਹ ਕਿੱਥੋਂ ਲਿਆਂਦਾ? ਨਹੀਂ, ਇਹ ਸੂਟ ਬੜਾ ਵਧੀਆ, ਮਜ਼ਾ ਆ ਗਿਆ ਸੂਟ ਦਾ, ਬੜਾ ਵਧੀਆ ਕੱਪੜੇ ਪਾਏ ਨੇ। ਬੰਦਾ ਵੀ ਕਈ ਵਾਰ ਆਖਦਾ ਇਸ ਕੱਪੜੇ ਨਾਲ ਤਾਂ ਆਨੰਦ ਆ ਗਿਆ, ਮੈਨੂੰ ਬੜਾ ਵਧੀਆ ਸੂਟ ਹੈ ਮੇਰਾ। ਹਰ ਚੀਜ਼ ਜੋ ਵਧੀਆ ਲੱਗਦੀ ਹੈ ਸਾਡੇ ਦਿਮਾਗ ਨੂੰ, ਅਸੀਂ ਉਹਨੂੰ ਆਨੰਦ ਨਾਲ ਜੋੜ ਦਿੰਦੇ ਆ ਵੀ ਆਨੰਦ ਆ ਗਿਆ ਇਹ ਕੱਪੜੇ ਪਹਿਨ ਕੇ, ਆਨੰਦ ਆ ਗਿਆ ਇਹ ਖਾਣਾ ਖਾ ਕੇ, ਆਨੰਦ ਆ ਗਿਆ ਇਸ ਗੱਡੀ ਵਿੱਚ ਸਫ਼ਰ ਕਰਕੇ। ਗੱਡੀ ਕਿਤੇ ਬਹੁਤ ਵਧੀਆ ਲੈ ਲਈ ਹੋਵੇ, ਲਗਜ਼ਰੀ ਗੱਡੀ, ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਨੇ, ਉਹਦੇ ਵਿੱਚ ਵੀ ਕਈ ਵਾਰ ਅਸੀਂ ਕਹਿੰਦੇ ਆਨੰਦ ਆ ਗਿਆ ਇਸ ਗੱਡੀ ਵਿੱਚ ਸਫ਼ਰ ਕਰਕੇ। ਤੇ ਜਿਹਨੇ ਹਵਾਈ ਜਹਾਜ਼ ਸਫ਼ਰ ਕੀਤਾ ਹੋਵੇ ਉਹ ਹਵਾਈ ਜਹਾਜ਼ ਦੇ ਗੁਣ ਗਾਈ ਜਾਏਗਾ ਵੀ ਬਹੁਤ ਵਧੀਆ, ਹਵਾਈ ਜਹਾਜ਼ ਦਾ ਸਫ਼ਰ ਬੜਾ ਵਧੀਆ ਹੁੰਦਾ ਹੈ, ਬੜੀ ਜਲਦੀ ਮੁੱਕ ਜਾਂਦਾ ਹੈ, ਉੱਥੇ ਵੀ ਆਨੰਦ ਹੀ ਆਨੰਦ ਹੁੰਦਾ ਹੈ। ਪਰ ਕੀ ਗੁਰਮਤਿ ਵਿੱਚ ਆਨੰਦ ਕਿਹਨੂੰ ਕਿਹਾ ਹੈ? ਇਹ ਕਦੀ ਪੁੱਛਿਆ ਸਵਾਲ ਕਿ ਅਸੀਂ ਸਿਰਫ ਖਾਣ ਪੀਣ, ਪਹਿਨਣ ਨੂੰ, ਮਕਾਨਾਂ ਨੂੰ ਦੇਖ ਕੇ, ਦੁਨੀਆ ਦੇ ਸੁੱਖ ਆਰਾਮ ਦੇਖ ਕੇ ਅਸੀਂ ਕਹੀ ਜਾਵਾਂਗੇ ਆਨੰਦ? ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਤੁਸੀਂ ਸਾਨੂੰ ਸਮਝਾਓ ਵੀ ਆਨੰਦ ਕਿਹਨੂੰ ਕਹਿੰਦੇ ਨੇ। ਜੇ ਆਨੰਦ ਸਮਝ ਆ ਗਿਆ ਤੇ ਸਾਨੂੰ ਆਨੰਦ ਕਾਰਜ ਦਾ ਵੀ ਪਤਾ ਚੱਲੇਗਾ। ਜੇ ਆਨੰਦ ਹੀ ਨਹੀਂ ਸਮਝ ਆਇਆ ਤੇ ਫਿਰ ਸਾਡਾ ਆਨੰਦ ਕਾਰਜ ਜਿਵੇਂ ਆਮ ਲੋਕਾਂ ਦਾ ਹੁੰਦਾ ਵੀ ਢੋਲ ਢਮੱਕੇ ਵਜਾ ਲਓ, ਆਨੰਦ ਕਾਰਜ, ਖਾਣ ਪੀਣ ਦੇ ਵਧੀਆ ਵਧੀਆ ਪਕਵਾਨ ਬਣਾ ਦਿਓ, ਆਨੰਦ ਕਾਰਜ, ਭੰਗੜੇ ਪਾਓ, ਨੱਚੋ ਟੱਪੋ, ਆਨੰਦ ਕਾਰਜ, ਮਹਿੰਦੀਆਂ ਲਾਓ, ਗਾਣੇ ਬੰਨੋ, ਆਨੰਦ ਕਾਰਜ, ਸਾਰਾ ਕੁਝ ਆਨੰਦ ਕਾਰਜ ਅਸੀਂ ਕਰੀ ਜਾਂਦੇ ਹਾਂ। ਕੰਮ ਸਾਵੇਂ ਭਾਵੇਂ ਗੁਰਮਤਿ ਦੇ ਉਲਟ ਹੋਣ ਜਾਂ ਗੁਰਮਤਿ ਦੇ ਅਨੁਕੂਲ ਹੋਣ, ਕੋਈ ਨਹੀਂ ਸੋਚਦਾ। ਇਹ ਪਰਿਵਾਰ ਇਸ ਲਈ ਧੰਨਤਾ ਦੇ ਯੋਗ ਹੈ ਕਿ ਇਹਨਾਂ ਨੇ ਕਮ ਸੇ ਕਮ ਇਹ ਸ਼ੁਰੂਆਤ ਕੀਤੀ ਹੋਏਗੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੁੱਛਦੇ ਹਾਂ ਕਿ ਆਨੰਦ ਕਾਰਜ ਕਿਹਨੂੰ ਕਹਿੰਦੇ ਨੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਜਿਹੜੇ ਬਹੁਤ ਵੱਡੇ ਸ਼੍ਰੋਮਣੀ ਪ੍ਰਚਾਰਕ ਵੀ ਰਹੇ ਨੇ, ਕੀਰਤਨੀਏ ਵੀ ਸਨ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ। ਉਹਨਾਂ ਨੇ ਇੱਕ ਵਾਰ ਬੜੀ ਸੁੰਦਰ ਗੱਲ ਕਹੀ ਸੀ ਕਿ ਸਿੱਖਾਂ ਨੂੰ ਆਪਣੇ ਘਰਾਂ ਵਿੱਚ ਆਨੰਦ ਕਾਰਜ ਤੋਂ ਪਹਿਲਾਂ ਘੱਟੋ ਘੱਟ 1 ਮਹੀਨਾ ਦੀਵਾਨ ਕਰਨੇ ਚਾਹੀਦੇ ਨੇ ਘਰ ਵਿੱਚ ਬਿਠਾ ਕੇ, ਔਰ ਬੱਚੇ ਬੱਚੀ ਦੋਨਾਂ ਨੂੰ ਬਿਠਾ ਕੇ ਕਰਨਾ ਚਾਹੀਦਾ ਤਾਂ ਕਿ ਬੱਚੇ ਨੂੰ ਵੀ ਪਤਾ ਲੱਗੇ ਵੀ ਆਨੰਦ ਕਾਰਜ ਕਿਹਨੂੰ ਕਿਹਾ, ਬੱਚੀ ਨੂੰ ਵੀ ਸਮਝ ਆਏ ਵੀ ਆਨੰਦ ਕਾਰਜ ਕੀ ਹੈ। ਮੇਰਾ ਇੱਕ ਨਵੇਂ ਘਰ ਵਿੱਚ ਜਾਣਾ ਹੁੰਦਾ ਲੜਕੀ ਨੇ, ਉੱਥੇ ਜਾ ਕੇ ਕੀ ਵਰਤਾਰਾ ਹੋਣਾ, ਮੇਰਾ ਕਿਸ ਤਰ੍ਹਾਂ ਦਾ ਪਰਿਵਾਰ ਹੈ, ਉਹਨੂੰ ਸਮਝ ਆਏ ਗੁਰਮਤਿ ਦੀ ਰੋਸ਼ਨੀ ਵਿੱਚ ਕਿ ਮੈਂ ਅਗਲਾ ਗ੍ਰਸਤੀ ਜੀਵਨ ਜਿਹੜਾ ਬਿਤਾਉਣਾ ਉਹ ਕਿਵੇਂ ਬਿਤਾਉਣਾ ਤਾਂ ਕਿ ਮੇਰਾ ਸੱਚਮੁੱਚ ਦਾ ਆਨੰਦ ਕਾਰਜ ਬਣ ਜਾਏ। ਤੇ 1 ਮਹੀਨਾ ਪਹਿਲਾਂ ਅਗਰ ਆਮ ਜਿਵੇਂ ਲੋਕਾਂ ਘਰਾਂ ਵਿੱਚ ਗੀਤਾਂ ਗਾਉਂਦੇ ਨੇ, ਕੱਚੀ ਬਾਣੀ, ਕੱਚੇ ਗੀਤ, ਫਿਲਮੀ ਗਾਣੇ ਗਾ ਕੇ ਨੱਚ ਟੱਪ ਕੇ ਕੁੜੀਆਂ ਖੁਸ਼ੀ ਮਨਾ ਲੈਂਦੀਆਂ ਨੇ, ਮੁੰਡੇ ਭੰਗੜੇ ਪਾ ਕੇ ਸਮਾਂ ਟਪਾ ਲੈਂਦੇ ਨੇ, ਪਰ ਅਸਲ ਵਿੱਚ ਜੋ ਆਨੰਦ ਹੈ ਉਹ ਗੁਰੂ ਅਮਰਦਾਸ ਜੀ ਕਹਿੰਦੇ ਨੇ ਆਨੰਦ ਸੁਣੋ ਵਡ ਭਾਗੀਓ। ਆਨੰਦ ਹੈ ਕੀ? ਆਓ ਸੁਣੀਏ। ਆਨੰਦ ਆਨੰਦ ਸਭ ਕੋ ਕਹੈ, ਸਾਰੇ ਕਹਿੰਦੇ ਨੇ ਆਨੰਦ ਆਨੰਦ, ਆਨੰਦ ਆਨੰਦ ਸਭ ਕੋ ਕਹੈ, ਪਰ ਆਨੰਦ ਸਮਝ ਕਿੱਥੋਂ ਆਉਂਦੀ ਹੈ? ਆਨੰਦ ਗੁਰੂ ਤੇ ਜਾਣਿਆ, ਗੁਰੂ ਤੋਂ ਪੁੱਛੀਏ, ਗੁਰੂ ਤੋਂ ਜਾਣਕਾਰੀ ਲਈ ਮਹਾਰਾਜ ਸਾਨੂੰ ਜੀਵਨ ਦਾ ਆਨੰਦ ਕਿਵੇਂ ਆ ਜਾਏ। ਅੱਜ ਬਹੁਤ ਵਧੀਆ ਖਾ ਕੇ ਕੱਲ ਬਿਮਾਰ ਹੋ ਜਾਈਏ ਤੇ ਡਾਕਟਰ ਪੁੱਛਦਾ ਖਾਦਾ ਕੀ ਸੀ, ਕਿਉਂਕਿ ਪਤਾ ਲੱਗ ਜਾਂਦਾ ਵੀ ਕੋਈ ਗਲਤ ਖਾਦਾ ਹੋਣਾ ਤਾਂ ਬਿਮਾਰ ਹੋ ਗਿਆ। ਖਾਣ ਤੋਂ ਵੀ ਪਹਿਲੇ ਆਨੰਦ ਹੁੰਦਾ ਹੈ, ਪਰ ਖਾ ਪੀ ਕੇ ਬਾਅਦ ਵਿੱਚ ਉਹ ਤਕਲੀਫ ਵੀ ਦੇਣ ਲੱਗ ਪੈਂਦਾ। ਮਿੱਠਾ ਬਹੁਤ ਚੰਗੀ ਚੀਜ਼ ਹੁੰਦੀ ਹੈ,
बड़ा स्वाद ਹੁੰਦਾ ਬੱਚੇ ਖਾਸ ਤੌਰ ਤੇ ਮਠਾਈ ਖਾਂਦੇ ਨੇ ਪਰ ਜਦੋਂ ਕਿਤੇ ਸਾਡੇ ਵਰਗਿਆਂ ਦੀ ਬੁਢੇਪੇ ਚ ਆ ਕੇ ਸ਼ੂਗਰ ਵੱਧ ਜਾਏ ਨਾ ਫਿਰ ਡਾਕਟਰ ਆਖਦਾ ਵੀ ਹੁਣ ਖੰਡਾ ਮਿੱਠਾ ਛੱਡ ਦੇ ਹੁਣ ਨਹੀਂ ਮਿੱਠਾ ਚੰਗਾ ਘਿਓ ਬੜੀ ਚੰਗੀ ਚੀਜ਼ ਹੈ ਉੱਤਮ ਖੁਰਾਕ ਹੈ ਦੇਸੀ ਘਿਓ ਖਾਣਾ ਚਾਹੀਦਾ ਪਰ ਜਦੋਂ ਬੀਪੀ ਵੱਧ ਜਾਏ ਉਦੋਂ ਡਾਕਟਰ ਕਹਿੰਦੇ ਨੇ ਹੁਣ ਘਿਓ ਬੰਦ ਕਰ ਦੇ ਹੁਣ ਨਹੀਂ ਤੈਨੂੰ ਪਚਣਾ ਹੁਣ ਬੰਦ ਕਰ ਦੇ ਪਹਿਲਾਂ ਉਹ ਆਨੰਦਦਾਇਕ ਚੀਜ਼ ਸੀ ਪਰ ਸਮਾਂ ਆਉਂਦਾ ਬਦਲ ਜਾਂਦੀ ਹੈ ਪਰ ਜਿਹੜਾ ਗੁਰਮਤਿ ਦਾ ਆਨੰਦ ਕਾਰਜ ਹੈ ਜਿਹੜਾ ਗੁਰਮਤਿ ਦਾ ਆਨੰਦ ਹੈ ਉਹ ਕਦੀ ਨਹੀਂ ਬਦਲਦਾ ਪਹਿਲੀ ਨਿਸ਼ਾਨੀ ਹੈ ਆਨੰਦ ਦੀ ਇੱਕ ਵਾਰੀ ਆਨੰਦ ਆ ਜਾਏ ਫਿਰ ਉਹਦਾ ਬਦਲ ਨਹੀਂ ਹੋਣਾ ਵੀ ਕਹੀਏ ਜਿਵੇਂ ਸੁੱਖ ਆ ਜਾਂਦਾ ਨਾ ਜ਼ਿੰਦਗੀ ਵਿੱਚ ਸੁੱਖ ਆ ਜਾਏ ਤੇ ਇੱਕ ਚਿੰਤਾ ਜੀ ਬਣੀ ਰਹਿੰਦੀ ਹੈ ਵੀ ਇਹ ਘੜੀ ਸੁੱਖਾਂ ਦੀ ਹੈ ਸੁਖੀ ਸੁਖੀ ਬੀਤ ਜਾਏ ਕੀ ਪਤਾ ਦੁੱਖ ਵੀ ਨਾ ਆ ਜਾਏ ਜੇ ਦੁੱਖ ਆ ਜਾਏ ਤਾਂ ਵੀ ਆਖੀਦਾ ਵੀ ਦੁੱਖ ਟਲ ਜਾਏ ਸੁੱਖ ਆ ਜਾਏ ਇਹ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਨੇ ਜ਼ਿੰਦਗੀ ਦੇ ਲੇਕਿਨ ਜੇ ਆਨੰਦ ਆ ਜਾਏ ਜ਼ਿੰਦਗੀ ਵਿੱਚ ਫਿਰ ਦੁੱਖ ਨਹੀਂ ਰਹਿੰਦਾ ਫਿਰ ਸੁੱਖ ਦੀ ਵੀ ਪਰਵਾਹ ਨਹੀਂ ਦੁੱਖ ਦੀ ਵੀ ਪਰਵਾਹ ਨਹੀਂ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਜਿਵੇਂ ਕੱਪੜਾ ਪੁਰਾਣਾ ਹੋ ਗਿਆ ਬਦਲ ਲਿਆ ਜਿਵੇਂ ਸੁੱਖ ਪੁਰਾਣਾ ਹੋ ਗਿਆ ਦੁੱਖ ਆ ਗਿਆ ਦੁੱਖ ਪੁਰਾਣਾ ਹੋ ਗਿਆ ਸੁੱਖ ਆ ਗਿਆ ਇਹ ਸੁੱਖ ਦੁੱਖ ਚੱਲਦੇ ਰਹਿੰਦੇ ਨੇ ਜਿੰਨਾ ਚਿਰ ਜ਼ਿੰਦਗੀ ਹੈ ਪਰ ਜੇ ਆਨੰਦ ਆ ਜਾਏ ਜ਼ਿੰਦਗੀ ਵਿੱਚ ਫਿਰ ਦੁੱਖ ਵਿੱਚ ਵੀ ਸੁੱਖ ਮਨਾਉਣ ਦੀ ਜਾਚ ਆ ਜਾਂਦੀ ਹੈ ਘਰ ਵਿੱਚ ਕੋਈ ਤਕਲੀਫ ਹੋਵੇ ਤਾਂ ਵੀ ਆਨੰਦ ਮਨਾਉਣ ਦੀ ਜਾਚ ਆ ਜਾਂਦੀ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰ ਉਹ ਆਨੰਦ ਆਉਂਦਾ ਕਦੋਂ ਹੈ ਜਦੋਂ ਸਤਿਗੁਰੂ ਦਾ ਮਿਲਾਪ ਹੋ ਜਾਏ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਤੇ ਗੁਰੂ ਬਾਣੀ ਦੇ ਅੰਦਰ ਆਨੰਦ ਸ਼ਬਦ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਬਾਣੀ ਅੰਦਰ ਕੀਤੀ ਹੈ ਮੈਂ ਉਹ ਸ਼ਬਦ ਪੜ੍ਹ ਕੇ ਸੁਣਾ ਦਿੰਦਾ ਹਾਂ ਆਪ ਲਫ਼ਜ਼ੀ ਅਰਥ ਆਪਾਂ ਨਾਲ ਨਾਲ ਸਮਝ ਲਵਾਂਗੇ ਸੋਰਠ ਮਹਿਲਾ ਪੰਜਵਾਂ ਸੋਰਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਆਨੰਦ ਦੀ ਵਿਆਖਿਆ ਕੀ ਹੈ ਆਨੰਦ ਕਿਹਨੂੰ ਕਹਿੰਦੇ ਨੇ ਕਹਿੰਦੇ ਨੇ ਗੁਰਪੂਰਾ ਭੇਟਿਓ ਵਡਭਾਗੀ ਵਡਭਾਗੀ ਪਾਠ ਕਰਨ ਲੱਗਿਆ ਬਿੰਦੀ ਲਗਾ ਕੇ ਪਾਠ ਕਰਾਂਗੇ ਗੁਰਪੂਰਾ ਭੇਟਿਓ ਵਡਭਾਗੀ ਵੱਡੇ ਭਾਗਾਂ ਨਾਲ ਮੇਰੇ ਭਾਗ ਜਾਗ ਪਏ ਮੈਨੂੰ ਪੂਰਾ ਗੁਰੂ ਮਿਲ ਗਿਆ ਗੁਰਪੂਰਾ ਭੇਟਿਓ ਵਡਭਾਗੀ ਮਨੈ ਪਿਆ ਪ੍ਰਗਾਸਾ ਮੇਰੇ ਮਨ ਵਿੱਚ ਪ੍ਰਕਾਸ਼ ਹੋ ਗਿਆ ਅੰਧੇਰੇ ਵਿੱਚ ਆਨੰਦ ਨਹੀਂ ਹੁੰਦਾ ਆਨੰਦ ਹੁੰਦਾ ਪ੍ਰਕਾਸ਼ ਜਦੋਂ ਪਤਾ ਚੱਲ ਜਾਏ ਜ਼ਿੰਦਗੀ ਦਾ ਜੀਵਨ ਦਾ ਢੰਗ ਆ ਜਾਏ ਨਹੀਂ ਤਾਂ ਬੰਦਾ ਭਟਕਦਾ ਰਹਿੰਦਾ ਕਦੀ ਕਿਸੇ ਸਾਧਨ ਸੰਤਾਂ ਪਿੱਛੇ ਕਦੀ ਜੋਤਸ਼ੀਆਂ ਪਿੱਛੇ ਕਦੀ ਟੇਵੇ ਬਣਾਉਣ ਵਾਲਿਆਂ ਪਿੱਛੇ ਕਦੀ ਕਿਸੇ ਪਿੱਛੇ ਕਦੀ ਕਿਸੇ ਪਿੱਛੇ ਪਰ ਜੇ ਪੂਰਾ ਗੁਰੂ ਮਿਲ ਜਾਏ ਤੇ ਮਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਰੋਸ਼ਨੀ ਆ ਜਾਂਦੀ ਹੈ ਕਿ ਜ਼ਿੰਦਗੀ 'ਚ ਆਨੰਦ ਹੈ ਕੀ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ ਉਦੋਂ ਭਰੋਸਾ ਬਣ ਜਾਂਦਾ ਹੈ ਕਿ ਮੇਰਾ ਮਾਲਿਕ ਬਹੁਤ ਸਮਰੱਥਾਵਾਨ ਹੈ ਜਿਸ ਮਾਲਿਕ ਦੇ ਮੈਂ ਲੜ ਲੱਗਾ ਹਾਂ ਉਹ ਮਾਲਿਕ ਉਹਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੁਨੀਆ ਵਿੱਚ ਤੇ ਜਿਹੜਾ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆ ਗਿਆ ਉਹਦੀ ਜ਼ਿੰਦਗੀ ਵਿੱਚ ਕਿੱਥੇ ਦੁੱਖ ਉਹ ਤੇ ਦੁੱਖ ਸੁੱਖ ਦੋਨੋਂ ਪਰਹਰ ਉਹ ਦੁੱਖ ਪਰਹਰ ਸੁੱਖ ਘਰ ਲੈ ਜਾਏ ਐਸਾ ਸੁੱਖ ਪ੍ਰਾਪਤ ਕਰਦਾ ਹੈ ਕਿ ਉਹਦੇ ਜੀਵਨ ਹਮੇਸ਼ਾ ਸੁਖ ਹੀ ਰਹਿੰਦਾ ਉਹ ਸੁੱਖ ਆਉਣ ਜਾਣ ਵਾਲਾ ਸੁੱਖ ਨਹੀਂ ਉਹ ਸੁੱਖ ਕਿਹੜਾ ਹੈ ਜਿਹੜਾ ਸਦਾ ਰਹਿਣ ਵਾਲਾ ਸੁੱਖ ਹੈ ਜਿਹਨੂੰ ਆਨੰਦ ਕਿਹਾ ਇਹ ਜੇ ਭਰੋਸਾ ਵੱਜ ਜਾਏ ਪ੍ਰਮਾਤਮਾ ਤੇ ਕਿ ਮੇਰਾ ਵਿਸ਼ਵਾਸ ਉਸ ਰੱਬ ਤੋਂ ਬਿਨਾਂ ਕਿਸੇ ਹੋਰ ਨਹੀਂ ਭਟਕਦਾ ਮੈਂ ਆਪਣੇ ਗੁਰੂ ਪਰਮੇਸ਼ਰ ਨੂੰ ਤਿਆਗ ਕੇ ਮੈਂ ਕਿਸੇ ਹੋਰ ਦਰ ਤੇ ਨਹੀਂ ਜਾਂਦਾ ਤਜ ਆਨ ਸ਼ਰਨ ਗਹੀ ਮੈਂ ਸਾਰੇ ਆਸਰੇ ਪਰਨੇ ਛੱਡ ਕੇ हे ਗੁਰੂ ਤੇਰੀ ਸ਼ਰਨ ਵਿੱਚ ਆ ਗਿਆ ਇੱਥੇ ਆਨੰਦ ਹੀ ਆਨੰਦ ਇਸ ਲਈ ਮੈਂ ਆਪਣੇ ਸਤਿਗੁਰੂ ਕਹਿ ਬਲਿਹਾਰ ਹੈ ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਉਂ ਕੁਰਬਾਨ ਜਾਂਦਾ ਹਾਂ ਕਿਉਂਕਿ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਆਗੇ ਸੁਖ ਪਾਛੈ ਸੁਖ ਸਹਿਜਾ ਅੱਗੇ ਤੇ ਪਿੱਛੇ ਭਾਵ ਸਾਰੀ ਜ਼ਿੰਦਗੀ ਸਾਰੇ ਜੀਵਨ ਵਿੱਚ ਜੋ ਬੀਤ ਗਿਆ ਉਹ ਵੀ ਆਨੰਦ ਹੈ ਜੋ ਆਉਣ ਵਾਲਾ ਹੈ ਉਹ ਵੀ ਆਨੰਦ ਹੀ ਆਨੰਦ ਹੈ ਆਗੇ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰਾ ਫਿਰ ਮੇਰੇ ਹਿਰਦੇ ਵਿੱਚ ਮੇਰੇ ਮਨ ਵਿੱਚ ਆਨੰਦ ਦਾ ਖੇੜਾ ਆਨੰਦ ਦੀ ਖੁਸ਼ੀ ਬਣ ਗਈ ਹੈ ਇਹ ਬਣੀ ਕਿਵੇਂ ਜਦੋਂ ਇਹ ਭਰੋਸਾ ਬਣ ਗਿਆ ਕਿ ਮਾਲਿਕ ਮੇਰਾ ਪਰਮੇਸ਼ਰ ਵਾਹਿਗੁਰੂ ਮੇਰੇ ਦਿਲ ਦੀ ਜਾਣਨ ਵਾਲਾ ਹੈ ਮੇਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਉਹੀ ਹੈ ਮੈਂ ਉਹਦਾ ਦਰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ ਜਿਸ ਦਾ ਲੜ ਪਕੜ ਲਿਆ ਜਿਸ ਦਾ ਦਾਮਨ ਥੰਮ ਲਿਆ ਜਿਵੇਂ ਲੜਕੀ ਨੂੰ ਲੜਕੀ ਦਾ ਪਿਤਾ ਲੜਕੇ ਦਾ ਪੱਲਾ ਫੜਾ ਦਿੰਦਾ ਤੇ ਉਹਨੂੰ ਇਹ ਕਿਹਾ ਜਾਂਦਾ ਅੱਜ ਤੋਂ ਤੂੰ ਇਹਦੇ ਲੜ ਲੱਗੀ ਹੈ ਸਦਾ ਇਹਦੇ ਨਾਲ ਰਹਿਣਾ ਇਹ ਤੇਰੀ ਜ਼ਿੰਦਗੀ ਦਾ ਸਾਥੀ ਹੈ ਇਵੇਂ ਸਿੱਖ ਜਦੋਂ ਗੁਰੂ ਦਾ ਲੜ ਪਕੜ ਲੈਂਦਾ ਉਹ ਲੜ ਛੱਡ ਕੇ ਫਿਰ ਜਾਂਦਾ ਨਹੀਂ ਕਿਤੇ ਉਹ ਦਰ ਛੱਡ ਕੇ ਹੋਰ ਪਾਸੇ ਨਹੀਂ ਜਾਂਦਾ ਵੀ ਅੱਜ ਕਿਸੇ ਬਾਬੇ ਦੇ ਪਿੱਛੇ ਚੱਲ ਪਿਆ ਅੱਜ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਬਣਾ ਲਿਆ
ਅੱਜ ਕਿਸੇ ਜਾਦੂ ਟੂਣੇ ਦੇਣ ਵਾਲੇ ਦੇ ਪਿੱਛੇ ਤੁਰ ਪਿਆ, ਅੱਜ ਕਿਸੇ ਸਾਧ ਦੇ ਪਿੱਛੇ ਉਹਨੇ ਮੰਤਰ ਦੇ ਦਿੱਤਾ, ਉਹਨੇ ਜੰਤਰ ਦਸਾ ਦਿੱਤਾ। ਸਿੱਖ ਇੰਜ ਨਹੀਂ ਕਰਦਾ, ਕਿਉਂਕਿ ਉਹਨੇ ਲੜ ਪਕੜਿਆ ਆਪਣੇ ਮਾਲਕ ਦਾ, ਕਿਉਂਕਿ ਉਹ ਜਾਣਦਾ ਹੈ ਕਿ ਅੰਤਰਜਾਮੀ ਹੈ। ਅੰਤਰਜਾਮੀ ਕਰਨਾ ਹਾਰਾ ਸੋਈ ਖਸਮ ਹਮਾਰਾ, ਉਹ ਮੇਰਾ ਮਾਲਕ ਬਣ ਗਿਆ ਜਿਹੜਾ ਮੇਰੇ ਦਿਲ ਦੀ ਜਾਣਨ ਵਾਲਾ ਹੈ। ਨਿਰਭਉ ਪਏ, ਜਦੋਂ ਉਸ ਮਾਲਕ ਦਾ ਲੜ ਪਕੜ ਲਿਆ ਫਿਰ ਡਰ ਖਤਮ ਹੋ ਜਾਂਦੇ ਨੇ, ਫਿਰ ਜ਼ਿੰਦਗੀ 'ਚ ਕੋਈ ਡਰ ਨਹੀਂ ਲੱਗਦਾ, ਕੋਈ ਘਬਰਾਹਟ ਨਹੀਂ, ਕਿਉਂਕਿ ਸਾਥੀ ਨਾਲ ਹੈ, ਮਾਲਕ ਨਾਲ ਹੈ, ਮੇਰੇ ਸਿਰ ਤੇ ਖੜਾ ਹੈ, ਫਿਰ ਕਾਹਦਾ ਡਰ ਹੈ। ਨਿਰਭਉ ਪਏ, ਨਿਰਭਉ ਹੋ ਗਿਆ। ਪਰ ਹੋਇਆ ਕਿਵੇਂ? ਗੁਰ ਚਰਣੀ ਲਾਗੇ, ਗੁਰੂ ਦੇ ਚਰਨਾਂ ਨਾਲ ਜੁੜ ਕੇ, ਗੁਰੂ ਦੇ ਉਪਦੇਸ਼ ਨਾਲ ਜੁੜ ਕੇ। ਇੱਕ ਰਾਮ ਨਾਮ ਆਧਾਰਾ ਤੇ ਜ਼ਿੰਦਗੀ ਦਾ ਆਧਾਰ ਬਣ ਗਿਆ ਪ੍ਰਮਾਤਮਾ ਦਾ ਨਾਮ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨਹਾਰਾ। ਆਨੰਦ ਆਉਂਦਾ ਉਦੋਂ ਹੈ ਜਦੋਂ ਉਸ ਅਕਾਲ ਮੂਰਤ ਵਾਹਿਗੁਰੂ ਦਾ ਦਰਸ਼ਨ ਹੋ ਜਾਏ। ਦੇਖੋ, ਮੂਲ ਮੰਤਰ ਵਿੱਚ ਕੁਝ ਸ਼ਬਦ ਆਉਂਦੇ ਨੇ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਇਹ ਖਾਲੀ ਮੰਤਰ ਨਹੀਂ ਹੈ ਕਿ ਅਸੀਂ ਪੜ੍ਹ ਦਿੱਤਾ ਤਾਂ ਹੋ ਗਿਆ ਮੰਤਰ ਜਾਪ, ਨਹੀਂ। ਇਹ ਮੂਲ ਮੰਤਰ ਤੋਂ ਅਸੀਂ ਸੇਧ ਲੈਣੀ ਹੈ। ਮੁੱਢਲਾ ਅਸੂਲ ਹੈ ਗੁਰਮਤਿ ਦਾ ਕਿ ਸਿੱਖ ਨੇ ਗੁਰੂ ਦੀ ਕਿਰਪਾ ਲੈਣੀ ਹੈ। ਗੁਰੂ ਦੀ ਕਿਰਪਾ ਤੋਂ ਬਾਅਦ ਸਹਿਬੰਗ, ਪਹਿਲਾ ਸ਼ਬਦ ਕੀ ਹੈ? ਸਹਿਬੰਗ, ਫਿਰ ਗੁਰਪ੍ਰਸਾਦ ਆਉਂਦਾ। ਗੁਰੂ ਦੀ ਕਿਰਪਾ ਹੋਏਗੀ ਤੇ ਅਸੀਂ ਇਹ ਸਮਝ ਆਵਾਂਗੇ ਹੁਣ ਮੈਨੂੰ ਕੋਈ ਹੋਰ ਆਸਰਾ ਨਹੀਂ, ਮੈਂ ਜੋ ਕੁਝ ਕਰਨਾ ਉਸ ਵਾਹਿਗੁਰੂ ਦੇ ਸਾਰੇ ਆਪ ਹੀ ਜ਼ਿੰਦਗੀ ਵਿੱਚ ਸਫਲ ਹੋਵਾਂਗਾ, ਆਪ ਹੀ ਕੰਮ ਕਰਨਾ। ਸਹਿਬੰਗ, ਜੇ ਸਹਿਬੰਗ ਹੋ ਗਿਆ ਫਿਰ ਉਹ ਅਜੂਨੀ ਹੋ ਜਾਂਦਾ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ। ਜਿਸ ਨੂੰ ਪਤਾ ਲੱਗ ਜਾਏ ਕਿ ਮੈਂ ਆਪ ਹੀ ਸਭ ਕੁਝ ਕਰਨਾ। ਅਸੀਂ ਆਮ ਤੌਰ ਤੇ ਜ਼ਿੰਦਗੀ ਵਿੱਚ ਜਦੋਂ ਕਰਦੇ ਹਾਂ ਕੰਮ, ਤਾਂ ਇਹ ਸੋਚਦੇ ਹਾਂ ਮੇਰਾ ਆਹ ਕੰਮ ਫਲਾਣਾ ਕਰਦਾ ਹੈ, ਉਹ ਦੂਜਾ ਕਰ ਲਈਏ, ਉਹਦੇ ਕੋਲੋਂ ਕਰਾ ਲਈਏ, ਉਹਦੇ ਕੋਲੋਂ ਕਰਵਾ ਲਈਏ, ਆਪ ਕਰਨਾ ਭੁੱਲ ਜਾਂਦੇ ਹਾਂ। ਇੱਥੋਂ ਤੱਕ ਕਿ ਜਦੋਂ ਬਾਣੀ ਪੜ੍ਹਨੀ ਹੋਵੇ ਇਹ ਵੀ ਕਹਿੰਦੇ ਭਾਈ ਜੀ ਪੜ੍ਹ ਲੈਣ, ਮੈਨੂੰ ਆਪ ਪੜ੍ਹਨ ਦੀ ਕੀ ਲੋੜ ਹੈ, ਮੈਂ ਆਪ ਕਿਉਂ ਕਰਾਂ। ਪਾਠ ਵੀ ਭਾਈ ਜੀ ਕਰ ਜਾਂਦੇ ਨੇ, ਕੀਰਤਨ ਪ੍ਰਚਾਰਕ ਕਰ ਜਾਂਦੇ ਨੇ, ਕਥਾ ਬਚਾ ਕਥਾ ਕਰ ਜਾਣਗੇ, ਆਪ ਅਸੀਂ ਸਮਝਣਾ ਛੱਡ ਦਿੱਤਾ। ਲੇਕਿਨ ਜਦੋਂ ਆਨੰਦ ਲੈਣਾ ਤਾਂ ਸਹਿਬੰਗ ਤੋਂ ਬਾਅਦ ਹੁੰਦਾ ਅਕਾਲ ਮੂਰਤ। ਅਕਾਲ ਮੂਰਤ ਦਾ ਭਾਵ ਸਮੇਂ ਦਾ ਪ੍ਰਭਾਵ ਨਹੀਂ ਰਹਿੰਦਾ। ਅਜੂਨੀ ਹੋ ਗਿਆ, ਜੂਨਾ ਵਿੱਚ ਨਹੀਂ ਆਉਂਦਾ ਫਿਰ ਸਿੱਖ। ਸਿੱਖ ਜੂਨਾ ਵਿੱਚ ਕਦੋਂ ਆਉਂਦਾ? ਜੂਨਾ ਤੋਂ ਭਾਵ ਅਸੀਂ ਹਾਂ ਤੇ ਇਨਸਾਨ ਹੀ, ਪਰ ਕਈ ਵਾਰ ਅਸੀਂ ਪਸ਼ੂਆਂ ਵਰਗੇ ਕੰਮ ਵੀ ਕਰ ਜਾਂਦੇ ਹਾਂ। ਇਨਸਾਨ ਹੁੰਦੇ ਮਨੁੱਖਾਂ ਅਸੀਂ। ਗੁਰਬਾਣੀ ਕਹਿੰਦੀ ਕਰਤੂਤ ਪਸ਼ੂ ਕੀ ਮਾਨਸ, ਜਾਂ ਕਈ ਵਾਰ ਕਰ ਜਾਂਦੇ ਹਾਂ ਵੀ ਮਨ ਚ ਲੋਭ ਆ ਗਿਆ, ਲਾਲਚ ਆ ਗਿਆ, ਕੁੱਤੇ ਦੀ ਜੂਨ ਆ ਗਈ ਸਮਝੋ। ਕੁੱਤਾ ਲੋਭੀ ਹੁੰਦਾ, ਲਾਲਚੀ ਹੁੰਦਾ। ਮਨ ਚ ਗੁੱਸਾ ਆ ਗਿਆ, ਸ਼ੇਰ ਦੀ ਜੂਨ ਚ ਪੈ ਗਿਆ। ਜ਼ਬਾਨ ਦਾ ਚਸਕਾ ਲੱਗ ਗਿਆ, ਕੋਈ ਚੀਜ਼ ਖਾਣ ਨੂੰ, ਗਲਤ ਮੰਦ ਖਾਣ ਨੂੰ ਦਿਲ ਕਰਾਇਆ, ਜ਼ਬਾਨ ਦਾ ਚਸਕਾ ਵੀ ਪਕੌੜੇ ਵਧੀਆ ਵਧੀਆ ਲੱਗਦੇ ਨੇ, ਸਮੋਸੇ ਵਧੀਆ ਲੱਗਦੇ ਨੇ, ਭਾਵੇਂ ਅੰਦਰ ਜਾ ਕੇ ਖਰਾਬੀ ਕਰਨ, ਲੇਕਿਨ ਚਸਕੇ ਪਿੱਛੇ ਬੰਦਾ ਦੁਨੀਆ ਚਲਦੀ ਹੈ। ਜੇ ਚਸਕਾ ਲੱਗ ਗਿਆ ਤੂੰ ਮੱਛੀ ਦੀ ਜੂਨ ਵਿੱਚ ਪੈ ਗਿਆ। ਮੱਛੀ ਚਸਕੋਈ ਆਪਣੀ ਜੀਭ ਦੇ ਚਸਕੇ ਵਿੱਚ ਆ ਕੇ ਆਪਣੀ ਜਾਨ ਦੇ ਦਿੰਦੀ ਹੈ। ਜੇ ਕਾਮੀ ਮਨੁੱਖ ਹੋ ਗਿਆ, ਕਾਮਨਾਵਾਂ ਨਾਲ ਭਰਿਆ ਪਿਆ, ਤਾਂ ਹਾਥੀ ਦੀ ਜੂਨ ਚ ਪੈ ਗਿਆ। ਇਹਨਾਂ ਜੂਨਾਂ ਤੋਂ ਕਿਵੇਂ ਬਚੀਏ? ਗੁਰਪ੍ਰਸਾਦ ਨਾਲ। ਜਦੋਂ ਗੁਰਪ੍ਰਸਾਦ ਹੋਏਗਾ, ਗੁਰੂ ਦੀ ਕਿਰਪਾ ਹੋਏਗੀ, ਮਨੁੱਖ ਇਹ ਜੂਨਾਂ ਤੋਂ ਮੁਕਤ ਹੋ ਜਾਂਦਾ, ਅਜੂਨੀ ਹੋ ਜਾਂਦਾ। ਅਜੂਨੀ ਹੋ ਗਿਆ ਤੇ ਉਹਦੇ ਉੱਪਰ ਸਮੇਂ ਦਾ ਪ੍ਰਭਾਵ ਹੀ ਨਹੀਂ। ਫਿਰ ਜਿਹੜਾ ਜਨਮ ਵਿੱਚ ਨਹੀਂ ਆਉਂਦਾ, ਜਿਹੜਾ ਜੰਮਿਆ, ਜਿਹੜਾ ਪੈਦਾ ਹੋਇਆ, ਉਹਨੇ ਸਮੇਂ ਵਿੱਚ ਰਹਿਣਾ। ਕਦੀ ਅਸੀਂ ਛੋਟੇ ਛੋਟੇ ਸਾਂ, ਫਿਰ ਵੱਡੇ ਹੋ ਗਏ, ਜਵਾਨ ਹੋ ਗਏ, ਵਿਆਹੇ ਗਏ, ਬਜ਼ੁਰਗ ਹੋ ਗਏ, ਫਿਰ ਮਰ ਜਾਵਾਂਗੇ। ਇਹੀ ਜ਼ਿੰਦਗੀ ਹੈ ਸਾਡੀ। ਪਰ ਜੇ ਅਕਾਲ ਮੂਰਤ ਹੋ ਜਾਈਏ, ਬਈ ਨਾ ਬੁਢੇਪਾ ਸਾਨੂੰ ਕੁਝ ਤੰਗ ਕਰੇ, ਨਾ ਜਵਾਨੀ ਚ ਅਸੀਂ ਆਪਣੀ ਹੋਸ਼ ਗਵਾਈਏ, ਨਾ ਬਚਪਨ ਚ ਅਸੀਂ ਅਗਿਆਨਤਾ ਵਿੱਚ ਰਹੀਏ। ਇਹ ਤਿੰਨੋਂ ਅਵਸਥਾ ਨੇ, ਬਾਲਗ, ਬਿਰਧ ਅਤੇ ਬਚਪਨਾ, ਜਵਾਨੀ। ਬੱਚਾ ਕਿਹਨੂੰ ਕਹਿੰਦੇ ਨੇ? ਜਿਹਨੂੰ ਸਮਝ ਘੱਟ ਹੈ, ਉਹਨੂੰ ਕਹਿੰਦੇ ਬੱਚਾ ਹੀ ਹੈ। ਜੀ ਭਾਵੇਂ ਉਮਰ ਵੱਡੀ ਹੋਵੇ, ਉਹਨੂੰ ਆਮ ਕਰੋ ਤੂੰ ਅਜੇ ਬੱਚਾ ਹੀ, ਭਾਵ ਤੈਨੂੰ ਸਮਝ ਨਹੀਂ ਹੈ। ਤੇ ਜਵਾਨੀ ਉਹ ਜਦੋਂ ਬੰਦਾ ਕਿਸੇ ਦੀ ਸੁਣਦਾ ਨਹੀਂ, ਬਸ ਆਪਣੀ ਜਵਾਨੀ 'ਚ ਮਸਤ ਹੁੰਦਾ, ਇਹ ਵੀ ਗੁੰਮਰਾਹ ਕੋਲ ਕਰਦੀ ਹੈ। ਤੇ ਬੁਢੇਪਾ ਆ ਕੇ ਵੀ ਅੱਖਾਂ 'ਚੋਂ ਦਿਸਦਾ ਨਹੀਂ, ਹੁਣ ਕੰਨਾਂ 'ਚੋਂ ਸੁਣਦਾ ਨਹੀਂ, ਹੱਥ ਪੈਰ ਕੰਮ ਨਹੀਂ ਕਰਦੇ, ਹੁਣ ਆ ਕੇ ਬਾਣੀ ਪੜਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਕਹਿੰਦਾ ਨਹੀਂ ਹੁੰਦਾ ਨਹੀਂ, ਹੁਣ ਨਹੀਂ। ਬੁਢੇਪਾ ਆ ਗਿਆ, ਹੁਣ ਕਿਤੇ ਪਾਠ ਕਿਤੋਂ ਕਰ ਸਿੱਖਾਂਗੇ। ਇਹ ਤਿੰਨ ਅਵਸਥਾ ਨੇ। ਲੇਕਿਨ ਜੇ ਆਨੰਦ ਆ ਜਾਏ ਜ਼ਿੰਦਗੀ ਵਿੱਚ, ਤਾਂ ਬਚਪਨ ਵਿੱਚ ਵੀ ਆਨੰਦ ਆ ਸਕਦਾ ਹੈ, ਜਵਾਨੀ ਵਿੱਚ ਵੀ ਆ ਸਕਦਾ ਹੈ, ਤੇ ਬੁਢੇਪੇ ਵਿੱਚ ਵੀ ਆ ਸਕਦਾ ਹੈ। ਕਿਉਂਕਿ ਗੁਰਮੁਖ ਬੁੱਢੇ ਕਦੇ ਨਾ ਹੀ, ਗੁਰਸਿੱਖ ਕਦੀ ਬੁੱਢਾ ਨਹੀਂ ਹੁੰਦਾ। ਸਰੀਰ ਨੇ ਬੁੱਢਾ ਹੋਣਾ ਹੈ, ਖਤਮ ਵੀ ਹੋਣਾ ਹੈ, ਪਰ ਆਤਮਾ, ਆਪਣਾ ਮਨ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਇਹ ਆਨੰਦ ਹੈ। ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ,
ਨਿਰਭਉ ਭੈ ਗੁਰ ਚਰਣੀ ਲਾਗੇ। ਇੱਕ ਰਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ। ਇਹ ਅਸਲ ਦਰਸ਼ਨ ਨੇ ਗੁਰੂ ਦੇ। ਜਦੋਂ ਮਨੁੱਖ ਅਕਾਲ ਮੂਰਤ ਬਣ ਜਾਂਦਾ ਹੈ, ਸਮੇਂ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਬਚਪਨ ਜਵਾਨੀ ਬੁਢੇਪਾ ਉਹਦੇ ਤੇ ਨਹੀਂ ਆਉਂਦਾ, ਅਜੂਨੀ ਹੋ ਗਿਆ, ਉਹ ਨਿਰਭਉ ਹੋ ਜਾਂਦਾ ਹੈ। ਨਿਰਭਉ ਪੈ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ। ਪ੍ਰਭ ਹੈ ਭੀ ਹੋਵਨਹਾਰਾ। ਫਿਰ ਕਿਉਂ ਹੁੰਦਾ ਐਸਾ? ਕੰਠ ਲਗਾਏ ਆਪਣੇ ਜਨ ਰਾਖੇ। ਮਾਲਕ ਤੇ ਇੰਨਾ ਭਰੋਸਾ ਹੋ ਜਾਂਦਾ ਹੈ ਕਿ ਵਾਹਿਗੁਰੂ ਆਪ ਮੈਨੂੰ ਆਪਣੀ ਛਾਤੀ ਨਾਲ ਲਗਾ ਕੇ ਰੱਖਦਾ ਹੈ, ਮੇਰੇ ਦੁੱਖ ਵਿੱਚ ਸਹਾਈ ਹੁੰਦਾ ਹੈ, ਮੇਰੇ ਹਰ ਕਸ਼ਟ ਵਿੱਚ, ਮੇਰੇ ਹਰ ਕਾਰਜ ਵਿੱਚ ਉਹ ਵਾਹਿਗੁਰੂ ਆਪ ਸ਼ਾਮਿਲ ਹੁੰਦਾ ਹੈ। ਇਸ ਲਈ ਅਸੀਂ ਅਰਦਾਸ ਆਨੰਦ ਕਾਰਜ ਤੋਂ ਪਹਿਲਾਂ ਇੱਕ ਸ਼ਬਦ ਪੜਿਆ ਜਾਂਦਾ, ਕੀਤਾ ਲੋੜੀਐ ਕੰਮ ਸੋ ਹਰ ਕੈ ਆਖੀਐ। ਕਿਉਂ? ਕਾਰਜ ਦੇ ਸਵਾਰ, ਸਾਡਾ ਕਾਰਜ ਸਵਾਰ ਨਹੀਂ। ਅਰਦਾਸ ਕਰਦੇ ਹਾਂ ਤੇ ਵਿਸ਼ਵਾਸ ਵੀ ਹੁੰਦਾ ਕਿ ਉਹ ਆਪ ਸਾਨੂੰ ਆਪਣੇ ਕੰਠ ਨਾਲ ਲਗਾ ਕੇ, ਆਪਣੇ ਗਲੇ ਨਾਲ ਲਗਾ ਕੇ ਸਾਡੇ ਕਾਰਜ ਵਿੱਚ ਸਹਾਈ ਹੋਵੇਗਾ। ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਤੇ ਆਖਰੀ ਬੰਦ ਵਿੱਚ ਕਹਿੰਦੇ ਨੇ, ਇਹ ਉਸ ਮਾਲਕ ਦੀ ਵਡਿਆਈ ਹੈ, ਵੱਡੀ ਵਡਿਆਈ, ਅਚਰਜ ਸ਼ੋਭਾ। ਬੜੀ ਉਹਦੀ ਇਤਨੀ ਵਡਿਆਈ ਹੈ, ਹੈਰਾਨ ਕਰਨ ਵਾਲੀ ਉਸ ਵਾਹਿਗੁਰੂ ਦੀ ਸ਼ੋਭਾ ਹੈ। ਜਦੋਂ ਉਹ ਸਾਡੇ ਮਨ ਵਿੱਚ ਆ ਜਾਏ ਕਿ ਮੇਰਾ ਮਾਲਕ ਬਹੁਤ ਬਲਵਾਨ ਹੈ, ਸਮਰੱਥ ਹੈ, ਸਰਬ ਕਲਾ ਸਮਰੱਥ ਹੈ, ਉਹ ਡੋਲਣ ਤੋਂ ਬਚਾ ਲਏਗਾ ਤੇ ਕਾਰਜ ਆਇਆ ਰਾਸੇ, ਸਾਡਾ ਕਾਰਜ ਸਫਲ ਹੋ ਜਾਂਦਾ ਹੈ। ਬੜੀ ਵਡਿਆਈ ਅਚਰਜ ਸ਼ੋਭਾ, ਕਾਰਜ ਆਇਆ ਰਾਸੇ। ਨਾਨਕ ਗੁਰ ਪੂਰਾ ਭੇਟਿਓ, ਸਗਲੇ ਦੁੱਖ ਵਿਨਾਸੇ। ਫਿਰ ਜ਼ਿੰਦਗੀ ਦੇ ਸਾਰੇ ਦੁੱਖ ਮਿਟ ਜਾਂਦੇ, ਫਿਰ ਕੋਈ ਰੁਕਾਵਟ ਨਹੀਂ ਰਹਿੰਦੀ, ਉਹ ਆਪ ਕਾਰਜ ਵਿੱਚ ਸਹਾਈ ਹੋ ਜਾਂਦਾ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀ ਹੈ। ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ, ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲਾਖੀ ਹੈ। ਜਦੋਂ ਐਸੀ ਅਰਦਾਸ ਹੁੰਦੀ ਹੈ ਮਾਲਕ ਦੇ ਦਰ ਤੇ, ਪੂਰਨ ਭਰੋਸੇ ਨਾਲ, ਪੂਰਨ ਵਿਸ਼ਵਾਸ ਨਾਲ, ਫਿਰ ਜੀਵਨ ਵਿੱਚ ਆਨੰਦ ਹੀ ਆਨੰਦ ਹੈ। ਅਤੇ ਇਹ ਆਨੰਦ ਆਉਂਦਾ ਹੈ, ਇਹ ਆਨੰਦ ਦੀ ਅਵਸਥਾ ਬਣਦੀ ਹੈ ਜਦੋਂ ਹਰ ਸਮੇਂ ਚੜ੍ਹਦੀ ਕਲਾ ਚ ਮਨੁੱਖ ਰਹੇ, ਸਦਾ ਚੜ੍ਹਦੀ ਕਲਾ, ਡਿਗੇ ਨਾ ਡੋਲੇ, ਦ੍ਰਿੜ ਕਰ ਰਹੇ। ਫਿਰ ਡੋਲਦਾ ਨਹੀਂ ਹੈ, ਘਬਰਾਉਂਦਾ ਨਹੀਂ ਹੈ, ਉਹ ਆਨੰਦ ਵਿੱਚ ਰਹਿੰਦਾ ਹੈ। ਅਤੇ ਇਸ ਆਨੰਦ ਦਾ ਉਲਟ ਕੋਈ ਸ਼ਬਦ ਨਹੀਂ ਹੈ। ਦੁੱਖ ਦਾ ਉਲਟ ਸੁੱਖ ਹੈ, ਹਰਖ ਦਾ ਉਲਟ ਸੋਗ ਹੈ, ਹੱਸਣੇ ਦਾ ਉਲਟ ਕੀ ਹੈ? ਰੋਣਾ। ਪਰ ਆਨੰਦ ਦਾ ਉਲਟ ਕੀ ਹੈ? ਕੁਛ ਵੀ ਨਹੀਂ। ਆਨੰਦ ਹੀ ਹੈ ਬਸ। ਜੇ ਆਨੰਦ ਆ ਜਾਏ ਜ਼ਿੰਦਗੀ ਵਿੱਚ, ਫਿਰ ਕੋਈ ਵੀ ਕੰਮ ਕਰੋ ਤੁਸੀਂ, ਉਹ ਆਨੰਦ ਵਿੱਚ ਹੀ ਬੀਤਦਾ ਹੈ। ਆਨੰਦ ਕਾਰਜ ਤੇ ਵੈਸੇ ਵੀ ਨਾਮ ਰੱਖ ਲਿਆ ਕਿ ਖੁਸ਼ੀਆਂ ਦਾ ਕਾਰਜ ਹੁੰਦਾ ਹੈ। ਬੱਚੀ ਦਾ ਜਾਂ ਬੱਚੇ ਦਾ ਆਨੰਦ ਕਾਰਜ ਹੋਏ, ਪਰਿਵਾਰ ਵਿੱਚ ਖੁਸ਼ੀ ਹੁੰਦੀ ਹੈ। ਤੇ ਸਤਿਗੁਰੂ ਕਿਰਪਾ ਕਰੀ, ਸਾਨੂੰ ਹਰ ਮੁਸ਼ਕਲ ਵਿੱਚੋਂ ਪਾਰ ਕਰੀ, ਤਾਂ ਕਿ ਇਹ ਕਾਰਜ ਆਪ ਦੀ ਬਖਸ਼ਿਸ਼ ਨਾਲ ਨੇਪਰੇ ਚੜ ਜਾਏ। ਅਤੇ ਇਸ ਕਾਰਜ ਨੂੰ ਚੜਾਉਣ ਲਈ ਸਾਨੂੰ ਇਹ ਆਨੰਦ ਦਾ ਵਿਸ਼ਾ ਪਹਿਲੇ ਸਮਝਣਾ ਪਏਗਾ ਕਿ ਆਨੰਦ ਕਹਿੰਦੇ ਕਿਹਨੂੰ ਨੇ? ਗੁਰੂ ਦੇ ਹੁਕਮਾਂ ਅਨੁਸਾਰ ਜੀਵਨ ਜੀ ਕੇ, ਗੁਰੂ ਦੇ ਹੁਕਮਾਂ ਅਨੁਸਾਰ ਕੰਮ ਕਰਕੇ। ਸਿੱਖ ਰਹਿਤ ਮਰਜ਼ਾਦਾ ਵਿੱਚ ਇਹ ਗੱਲ ਦਰਜ ਹੈ ਕਿ ਸਿੱਖ ਨੇ ਕੋਈ ਵੀ ਕੰਮ ਕਰਨਾ ਹੋਵੇ, ਪਹਿਲੇ ਕੀ ਕਰੇ? ਹਾਂਜੀ, ਗੁਰੂ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਕਰੀਏ। ਬਸ ਸਿੱਖ ਦਾ ਹੀ ਇੱਥੋਂ ਆਨੰਦ ਕਾਰਜ ਸ਼ੁਰੂ ਹੋ ਜਾਂਦਾ ਹੈ। ਸਿੱਖ ਰਹਿਤ ਮਰਜ਼ਾਦਾ ਵਿੱਚ ਜੋ ਆਨੰਦ ਦੀ ਪਰਿਭਾਸ਼ਾ ਦਿੱਤੀ ਗਈ ਹੈ ਆਨੰਦ ਕਾਰਜ ਦੀ, ਉਸ ਵਿੱਚ ਜੋ ਅਸਲ ਗੱਲ ਸਮਝਣ ਵਾਲੀ ਹੈ ਕਿ ਸਿੱਖ ਬੱਚੀ ਦੇ ਮਾਤਾ ਪਿਤਾ, ਸਿੱਖ ਬੱਚੇ ਦੇ ਮਾਤਾ ਪਿਤਾ, ਜਦੋਂ ਬੱਚਾ ਤੇ ਬੱਚੀ ਯੋਗ ਹੋ ਜਾਣ ਤੇ ਯੋਗ ਵਰ ਲੱਭ ਕੇ ਉਹਦਾ ਰਿਸ਼ਤਾ ਕਰਦੇ ਨੇ। ਰਿਸ਼ਤਾ ਨਾਤਾ ਕਰਦੇ ਹਨ, ਜ਼ਾਤ ਬਰਾਦਰੀ ਨਹੀਂ ਪੁੱਛਣੀ, ਕਿਉਂਕਿ ਜਾਣੋ ਜੋਤ ਨਾ ਪੁੱਛੋ ਜ਼ਾਤੀ। ਜੇ ਜ਼ਾਤ ਪਾਤ ਪੁੱਛਾਂਗੇ ਤੇ ਅਸੀਂ ਸਿੱਖ ਨਹੀਂ ਰਹਾਂਗੇ। ਬਸ ਯੋਗ ਵਰ ਲੱਭਣਾ ਕਿ ਸਾਡੀ ਲੜਕੀ ਕਿਹੋ ਜਿਹੀ ਹੈ, ਲੜਕਾ ਕਿਹੋ ਜਿਹਾ ਚਾਹੀਦਾ, ਉਹਦੇ 'ਚ ਸਿੱਖੀ ਦੇ ਗੁਣ ਹਨ ਕਿ ਨਹੀਂ, ਬੱਚੀ 'ਚ ਸਿੱਖੀ ਦੇ ਗੁਣ ਹਨ ਕਿ ਨਹੀਂ। ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਦੇ ਬਾਰੇ ਜਦੋਂ ਰਿਸ਼ਤਾ ਕੀਤਾ ਤੇ ਆਪਣੇ ਘਰ ਵਾਲੀ ਨੂੰ ਬੁਲਾ ਕੇ ਕਹਿੰਦੇ, ਭਗਵਾਨ ਨੇ ਬੱਚੀ ਜਵਾਨ ਹੋ ਗਈ ਹੈ, ਇਹਦਾ ਰਿਸ਼ਤਾ ਕਰਨਾ। ਤੇ ਮਾਤਾ ਨੇ ਜਦੋਂ ਇਹ ਪੁੱਛਿਆ ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਿਹੋ ਜਿਹਾ ਵਰ ਢੂੰਡੀਏ ਲੜਕੀ ਵਾਸਤੇ, ਕਿਹੋ ਜਿਹਾ ਲੜਕਾ ਢੂੰਡਣਾ। ਤੇ ਅੱਗੇ ਇੱਕ ਨੌਜਵਾਨ ਲੜਕਾ ਜਾ ਰਿਹਾ ਸੀ, ਸਿਰ ਦੇ ਉੱਪਰ ਟੋਕਰੀ ਚੁੱਕੀ ਹੋਈ ਸੀ, ਦਰਬਾਰ ਸਾਹਿਬ ਕਾਰ ਸੇਵਾ ਲੱਗੀ ਹੋਈ ਸੀ, ਉਸ ਕਾਰ ਸੇਵਾ ਸਰੋਵਰ ਬਣ ਰਿਹਾ ਸੀ, ਉਹਦੇ ਵਿੱਚ ਉਹ ਟੋਕਰੀ ਚੁੱਕ ਕੇ ਜਾ ਰਿਹਾ ਸੀ। ਤੇ ਮਾਤਾ ਜੀ ਨੇ ਕਿਹਾ, ਉਹ ਜਿਹੜਾ ਨੌਜਵਾਨ ਜਾ ਰਿਹਾ ਨਾ, ਇਹੋ ਜਿਹਾ ਕੋਈ ਲੜਕਾ ਮਿਲ ਜਾਏ, ਉਹ ਸਾਡੀ ਲੜਕੀ ਵਾਸਤੇ ਹਾਂ ਜੋ ਠੀਕ ਰਹੇਗਾ। ਸਹਿਬਨ ਮੂੰਹ ਨਿਕਲ ਗਿਆ। ਤੇ ਸੱਚੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ, ਭਗਵਾਨ ਨੇ, ਰੱਬ ਨੇ ਹਮੇਸ਼ਾ ਇੱਕ ਬੰਦਾ ਹੀ ਉਹੋ ਜਿਹਾ ਬਣਾਇਆ, ਉਹਦੇ ਵਰਗਾ ਦੂਜਾ ਕੋਈ ਨਹੀਂ ਮਿਲ ਸਕਦਾ। ਜੇ ਤੈਨੂੰ ਇਹੋ ਪਸੰਦ ਹੈ ਤੇ ਇਸੇ ਨਾਲ ਹੀ ਗੱਲ ਕਰ ਲੈਂਦੇ। ਬੁਲਾਇਆ ਉਹਨੂੰ, ਬੁਲਾ ਕੇ ਕਹਿਣ ਲੱਗੇ, ਬੇਟਾ ਕੀ ਨਾਂ ਹੈ?
कहने लगे जी जेठा। कहते जेठा की हुंदा? कहते जी मैं सब घर में सब तो बड़ा पुत्र मैं ही हाँ, ते पहले पुत्र नूं पंजाब जेठा कहते सन भी जेठा पुत्र है, मेरा नाम जेठा है जी। उस जेठे ने फिर गुरु रामदास बनाया, गुरु अमरदास जी ने, चौथे गुरु सोढ़ी सुल्तान गुरु रामदास जी बने। उन्होंने अपनी बेटी का आनंद कारज करवा के संपन्न कर दिता। जो पूछया सी बेटा माँ बाप की करते नहीं, असं भी पहले माँ बाप बारे पूछते हैं, यदि माँ की करती है, प्यो की करता है, तो कह लगे जी मेरी माँ भी है नहीं, प्यो भी है नहीं। ये गुरु अमरदास जी को कह लगे, कहते जी माँ भी मर गई, पिता भी चला गया, मैं आप थोड़ी बहुती घुंगड़ियां बेच के गुजारा करदा, एक नानी है नानी को रहिंदा, ते मेरी भैन भी है ते एक भरा भी है। ते गुरु अमरदास जी कहने लगे नहीं तू सेवादार है, सेवक बन के रह, वाहिगुरु तेनू अंग संग सहाई होएगा। वो सेवा करदिया करदिया भाई जेठा गुरु रामदास जी बन गए। कहण तो मुराद ਅਸੀਂ ਜਦੋਂ रिश्ता नाता करिए गुण औगण ਨੂੰ ਜ਼ਰੂਰ ਵਿਚਾਰੀਏ कि लड़की ਦਾ ਕੀ ਸੁਭਾਅ ਹੈ, लड़के ਦਾ ਕੀ ਸੁਭਾਅ ਹੈ, कि लड़के ਚ ਗੁਰਮਤ ਹੈ ਜਾਂ लड़के ਵਿੱਚ ਨਹੀਂ ਹੈ। ਜੇ ਇੱਕ ਵਿੱਚ ਨਹੀਂ ਤਾਂ ਦੂਜੇ ਵਿੱਚ ਨਹੀਂ ਤਾਂ ਵੀ ਘਰ ਵਿੱਚ ਕਲੇਸ਼ ਬਣ ਜਾਂਦੇ ਨੇ। ਆਨੰਦ ਕਾਰਜ ਵੇਲੇ ਜਿੰਨੇ लड़की वाले बरात मंगवाण उन्नी बरात लैके जाया जाए, गुरुद्वारे इकट्ठे होण, आपस में फतेह बुलाई जाए, फिर आनंद कारज होवे, आनंद कारज होके लंगर पानी छक के डोली तोड़ दी जाए। इन्ना को संखेप का आनंद कारज सिख पंथ ने नियत किया हुआ है। इस तो पहला कुड़माई की रस्म जरूरी नहीं है, मर्यादा में लिखा हुआ है कि कुड़माई की रस्म जरूरी नहीं है, पर जे करनी भी होवे कई बार लोग कहते जी चलो रिश्ता पक्का कर देंगे तां की कर दोनों परिवार गुरुद्वारा साहिब इकट्ठे होकर अरदास करते हैं, कुछ मिठा ककार लड़की वाले लड़के की झोली विच पा देण। ये सिखां दी कुड़माई है। ये वक्री गल है। अज असीं साडे रस्मों रिवाज इन्ने वध गए हैं, इन्ने खर्चीले हो गए हैं कि आनंद कारज नहीं रहिंदा, टेंशन कार बन जाता, हर वक्त फिक्र ही पिया रहिंदा, आ चीज़ घट नहीं, आ चीज़ का घट नहीं, ऐ ना रह जाए, वो ना रह जाए, असीं परेशानियां विच ही घिरे रहिंदे हैं। लेकिन गुरमत ने गुरबाणी ने सानू बड़ा सिंपल जिहे ढंग नाल, बड़े सादे ढंग नाल आनंद कारज करने की प्रेरणा दी है। कि जदों बरात आ गई, टुका हो गया, चाह पानी छक के गुरुद्वारे आ गए, उत्थे लावां दा पाठ किया जाए। एक लाम का पाठ खड़े होकर सुन, परिक्रमा करके फिर दूजी लाम सुन, इस तरह 4 लावां का पाठ करके आनंद साहिब दी 6 पौड़ियां का पाठ करके आनंद कारज की समाप्ति, फिर लंगर पानी छको ते अपने अपने कामां नूं जा सकते। ये आनंद कारज की विधि पंथ ने अज तो 80 साल पहला ये विधि नियत की थी। हुण एक सवाल होंदा है भी असीं अपने कारजां विच हर समय गुरबाणी का ओट आसरा क्यों लैंदे? जदों बच्चे का नामकरण करना होंदा फिर की करते हैं, तां भी गुरुद्वारे ही आउंदे आ, गुरु ग्रंथ साहिब चों वाक लैके नाम रख देंगे। जदों अमृत संस्कार होंदा बच्चों नूं अमृत छकाईदा उदों भी गुरु ग्रंथ साहिब चों आउंदे आ, उदों भी 5 प्यारे गुरु ग्रंथ साहिब की हजूरी च अमृतपान करवाते हैं। ते जदों आनंद कारज हुंदा तद भी गुरुद्वारे आउंदे आ, तां भी गुरु ग्रंथ साहिब जी चों पाठ करके आनंद कारज ने परे चढ़दा। ते जे किते देव ने किसी घर चढ़ाई हो जाए, किसी की मौत हो जाए, तां भी गुरुद्वारे ही आउंदे आ, तां भी गुरु ग्रंथ साहिब गुरु विच ही रहिंदा सिखां दे। साडा हर कार्य चाहे वह जन्म है, अमृत है, आनंद कारज है या मृतक है, गुरु ग्रंथ साहिब की हजूरी च बैठ के ही नेपरे चाढ़िया जाएगा। क्यों? क्यों कर्मकांड है। हिंदू लोग बेदी रच लेंदे हैं, बेदी नाल कर लेंदे निकाह, अपना विवाह कर लेंदे बेदी नाल पढ़ के। मुसलमान निकाह करवा लेंदे हैं, ईसाई चर्च भी जाते हैं, उत्थे कसम प्लेट चुक के उन्हों का ब्याह हो जाता है। सिख अपने गुरु को आते हैं, गुरु ग्रंथ साहिब जी को लावां का पाठ करके असीं आनंद कारज नेपरे छाड़ देंगे हैं। कभी सोचा इन्हां लावां विच पाठ क्यों करते हैं? जे किसी को पूछ लो जी रिवाज बनया हो, ये रिवाज बनाया क्यों फिर जे पता ही नहीं सानू। अज लावां का पाठ असीं पहलां करते नहीं। मैं एक बार हुक्मनामा आ गया, शाम का दीवान से, ते लावां कुदरती पन्ना इन्ना प्रकाश से, मैं उतो हुक्मनामा लिया, 4 लावां का पाठ करना पिया, क्योंकि 4 लावां पढ़नियां पैंदियां ने, एक नहीं पढ़ी जा सकती क्योंकि पूरा शब्द है 4 लावां का, एक कोई बंद है। ये संग्रह है शब्द लावां का, लावां सरलेख नहीं है, सूही राग के 4 शब्दों का एक संग्रह इकट्ठ है। ये 4 लावां का इकट्ठा किया, बाहर कहने जी आनंद कारज है किसी का, असीं जोड़िया भी शायद यदा ब्याह आनंद कारज नाल ही हुक्मनामा आया सी, ब्याह नहीं सी किसी का। लेकिन इन्हां लावां दे अंदर की दसिया गया जिहड़ा सानूं विआह कारजां विच पंथ ने एक पाठ करना शुरू किया। आओ मैं इस विषय के उपर तुहाडे नाल चर्चा करनी है भी लावां दा पाठ क्यों करना है।
ਲਾਵਾਂ ਤੇ ਆਨੰਦ ਕਾਰਜ ਦਾ ਕੀ ਸੰਬੰਧ ਹੈ ਆਪਸ ਵਿੱਚ? ਵੈਸੇ ਜਦੋਂ ਅਸੀਂ ਗ੍ਰਸਥ ਦੀ ਪਰਿਭਾਸ਼ਾ ਦੇਖਦੇ ਹਾਂ, ਗ੍ਰਸਥ ਨੂੰ ਸਭ ਤੋਂ ਵਧੀਆ ਧਰਮ ਕਿਹਾ ਗਿਆ। ਭਾਈ ਗੁਰਦਾਸ ਜੀ ਨੇ ਆਖਿਆ ਵੀ ਜਿਵੇਂ ਰੁੱਖਾਂ ਵਿੱਚੋਂ ਚੰਦਨ ਦਾ ਰੁੱਖ ਬੜਾ ਵਧੀਆ ਹੁੰਦਾ ਹੈ, ਸਭ ਤੋਂ ਕੀਮਤੀ ਹੁੰਦਾ ਹੈ ਚੰਦਨ ਦਾ ਰੁੱਖ। ਪਹਾੜਾਂ ਵਿੱਚੋਂ ਸੁਮੇਰ ਪਰਬਤ ਸਭ ਤੋਂ ਉੱਚਾ ਹੁੰਦਾ ਹੈ। ਧਾਤਾਂ ਵਿੱਚੋਂ ਸੋਨਾ ਸਭ ਤੋਂ ਵਧੀਆ ਧਾਤ, ਕੀਮਤੀ ਧਾਤ ਮੰਨੀ ਜਾਂਦੀ ਹੈ। ਪੰਛੀਆਂ ਵਿੱਚੋਂ ਮੋਰ ਨੂੰ ਸਭ ਤੋਂ ਸੁੰਦਰ ਪੰਛੀ ਮੰਨਿਆ ਜਾਂਦਾ ਹੈ। ਜਾਨਵਰਾਂ ਵਿੱਚੋਂ ਸ਼ੇਰ ਨੂੰ ਸਭ ਤੋਂ ਵਧੀਆ ਤਾਕਤਵਰ ਜਾਨਵਰ ਕਿਹਾ ਜਾਂਦਾ ਹੈ। ਅਤੇ ਜੇ ਧਰਮਾਂ ਵਿੱਚੋਂ ਲੱਭਣਾ ਹੋਵੇ ਕਿਹੜਾ ਧਰਮ ਚੰਗਾ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਗ੍ਰਸਥ ਧਰਮ ਸਾਰਿਆਂ ਤੋਂ ਪ੍ਰਧਾਨ ਧਰਮ ਹੈ। ਜੇ ਸਾਨੂੰ ਗ੍ਰਸਥ ਨਿਭਾਉਣਾ ਆ ਜਾਏ ਤਾਂ ਆਨੰਦ ਕਾਰਜ ਹੈ। ਜੇ ਗ੍ਰਸਥ ਵਿੱਚ ਕਲੇਸ਼ ਪੈ ਜਾਣ, ਜੇ ਗ੍ਰਸਥ ਵਿੱਚ ਲੜਕੇ ਲੜਕੀ ਦੀ ਬਣੇ ਨਾ, ਜੇ ਗ੍ਰਸਥ ਵਿੱਚ ਆਪਸ ਵਿੱਚ ਖਹਿ ਮਖਾ ਦੋਨਾਂ ਪਰਿਵਾਰਾਂ ਦੀ ਪੈ ਜਾਏ, ਫਿਰ ਆਨੰਦ ਕਾਰਜ ਨਹੀਂ ਰਹਿੰਦਾ। ਇਸ ਲਈ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਕਿ ਲਾਵਾਂ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਬੱਚੇ ਬੱਚੀ ਨੂੰ ਵੀ ਸੁਣਾਈਆਂ ਜਾਂਦੀਆਂ ਨੇ ਤੇ ਸਾਨੂੰ ਵੀ ਸਾਰਿਆਂ ਨੂੰ ਸੁਣਾਈਆਂ ਜਾਂਦੀਆਂ ਨੇ, ਕਿਉਂਕਿ ਬਾਣੀ ਕਿਸੇ ਕਰਮ ਨਾਲ ਜੁੜੀ ਹੋਈ ਨਹੀਂ ਹੈ। ਬਾਣੀ ਸਾਡੇ ਜੀਵਨ ਨਾਲ ਜੁੜੀ ਹੋਈ ਹੈ। ਅਸੀਂ ਆਪਣੇ ਜੀਵਨ ਵਿੱਚ ਹਰ ਸਮੇਂ ਆਨੰਦ ਕਾਰਜ ਕਰ ਸਕਦੇ ਹਾਂ। ਇੱਥੇ ਆਨੰਦ ਕਾਰਜ ਦਾ ਮਤਲਬ ਵਿਆਹ ਨਹੀਂ। ਆਨੰਦ ਕਾਰਜ ਤੋਂ ਭਾਵ ਆਪਣੇ ਜੀਵਨ ਨੂੰ ਆਨੰਦਮਈ ਬਣਾ ਸਕਦੇ ਹਾਂ ਜੇ ਅਸੀਂ ਗੁਰਬਾਣੀ ਦੇ ਇਹਨਾਂ ਲਾਵਾਂ ਦੇ ਅੰਤਰੀ ਭਾਵ ਨੂੰ ਸਮਝ ਆਈਏ। ਤਾਂ ਇਹਨਾਂ ਲਾਵਾਂ ਵਿੱਚ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ, ਉਹ ਇਹਨਾਂ 4 ਪੜਾਵਾਂ ਵਿੱਚ ਲਾਵਾਂ ਵੀ 4 ਨੇ ਤੇ ਜ਼ਿੰਦਗੀ ਦੇ ਪੜਾਅ ਵੀ 4 ਹੀ ਨੇ ਗ੍ਰਸਥ ਦੇ। ਪਹਿਲਾ ਪੜਾਅ ਜੇ ਮੈਂ ਆਮ ਦੁਨਿਆਵੀ ਲੈਂਗੁਏਜ ਵਿੱਚ ਗੱਲ ਕਰਾਂ ਤਾਂ ਪਹਿਲਾ ਪੜਾਅ ਹੈ ਲੜਕੀ ਦਾ ਲੜਕੇ ਨਾਲ ਆਪਸੀ ਸੁਭਾਅ ਨੂੰ ਮਿਲਣਾ। ਇਹ ਪਹਿਲੀ ਲਾਮ ਦਾ ਉਪਦੇਸ਼ ਹੋਏਗਾ। ਜੇ ਲੜਕੀ ਲੜਕਾ ਇੱਕ ਦੂਜੇ ਦੇ ਸੁਭਾਅ ਨੂੰ ਨਾ ਵੇਖਣ, ਲੜਕੀ ਕਹੇ ਮੇਰੀ ਗੱਲ ਮੰਨ, ਲੜਕਾ ਕਹੇ ਮੇਰੀ ਗੱਲ ਮੰਨ, ਫਿਰ ਤਾਂ ਪੈ ਗਿਆ ਕਲੇਸ਼। ਲੇਕਿਨ ਇਸ ਲਈ ਪਹਿਲੀ ਲਾਮ 'ਚ ਕਿਹਾ ਗਿਆ ਕਿ ਤੁਸੀਂ ਰਹਿਣਾ ਇਕੱਠਿਆਂ ਹੀ ਹੈ, ਲੇਕਿਨ ਇੱਕ ਦੂਜੇ ਦਾ ਸੁਭਾਅ ਵੇਖੋ। ਪਹਿਲਾਂ ਇੱਕ ਦੂਜੇ ਦੇ ਸੁਭਾਅ ਨੂੰ ਸੁਭਾਅ ਮਿਲਾਓਗੇ ਤੇ ਗੱਲ ਬਣ ਜਾਏਗੀ ਜ਼ਿੰਦਗੀ ਵਿੱਚ। ਅੰਗਰੇਜ਼ੀ ਦੀ ਕਹਾਵਤ ਮੈਂ ਬਹੁਤ ਪਹਿਲਾਂ ਸੁਣੀ ਹੋਈ ਸੀ, ਇਨ ਮੈਰਿਜ देयर इज एडजस्टमेंट नॉट एनी प्रोटेस्ट। मैरिज ਤਾਂ ਸਫਲ ਹੁੰਦੀ ਹੈ ਜੇ ਪ੍ਰੋਟੈਸਟ ਹਟਾ ਦਈਏ ਜ਼ਿੰਦਗੀ ਵਿੱਚੋਂ। ਕੋਈ ਪ੍ਰੋਟੈਸਟ ਨਹੀਂ ਕਰਨਾ, ਕੋਈ ਵਿਰੋਧ ਨਹੀਂ ਕਰਨਾ। ਲੜਕੇ ਨੇ ਗੱਲ ਕਹੇ ਲੜਕੀ ਮੰਨ ਲੈ, ਲੜਕੀ ਕਹੇ ਲੜਕਾ ਮੰਨ ਲੈ, ਬਸ ਹੋ ਗਿਆ ਐਡਜਸਟਮੈਂਟ। ਜਿਹਨੂੰ ਐਡਜਸਟਮੈਂਟ ਕਰਨੀ ਆ ਗਈ ਉਹ ਪਹਿਲੀ ਲਾਮ ਦਾ ਉਹਨੂੰ ਭਾਵ ਸਮਝ ਆ ਗਿਆ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਪਹਿਲਾ ਕਾਰਜ ਦਾ, ਇਸ ਆਨੰਦ ਕਾਰਜ ਨੂੰ ਸਫਲ ਕਰਨ ਦਾ ਪਹਿਲਾ ਗੁਰਮੰਤਰ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ ਕਿ ਭਾਈ ਪ੍ਰਵਿਰਤੀ ਕਰਮ। ਪ੍ਰਵਿਰਤੀ ਕਰਮ ਦਾ ਉਲਟ ਸ਼ਬਦ ਹੁੰਦਾ ਨਿਰਵਿਰਤੀ, ਤਿਆਗ, ਤਿਆਗ ਦੇਣਾ। ਤੇ ਗ੍ਰਸਥ ਵਿੱਚੋਂ ਤਿਆਗ ਕਿਵੇਂ ਹੁੰਦਾ ਆਪ ਜਾਣਦੇ ਹੋ। ਜਦੋਂ ਅੱਜ ਕੋਰਟ ਕਚਹਿਰੀਆਂ ਵਿੱਚ ਕੇਸ ਚੱਲਦੇ ਨੇ, ਬੱਚਿਆਂ ਦੇ ਤਲਾਕ ਦੇ ਕੇਸ ਚੱਲ ਜਾਂਦੇ, ਉਹ ਨਿਰਵਿਰਤੀ ਕਰਮ ਹੈ। ਸਿੱਖ ਨੂੰ ਸਿਖਾਇਆ ਗਿਆ ਨਹੀਂ, ਉਹ ਰਾਹ ਨਹੀਂ ਅਪਣਾਣਾ, ਕੋਰਟ ਵਾਲਾ ਮਸਲਾ ਨਹੀਂ ਜਾਣਾ। ਸਾਨੂੰ ਪ੍ਰਵਿਰਤੀ ਕਰਮ ਸਿਖਾਇਆ ਗਿਆ। ਪਹਿਲੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ। ਗ੍ਰਸਥ ਵਿੱਚ ਹੀ ਰਹਿਣਾ, ਦੁੱਖ ਸਿਖਾਉਣਗੇ ਜ਼ਿੰਦਗੀ 'ਚ, ਊਚ ਨੀਚ ਬਣੇਗੀ ਗੱਲ। ਸੁਭਾਅ ਵੱਖਰੇ ਵੱਖਰੇ, ਲੜਕੀ ਇੱਕ ਪਰਿਵਾਰ 'ਚ ਪਲੀ ਹੁੰਦੀ ਹੈ, ਲੜਕਾ ਦੂਸਰੇ ਪਰਿਵਾਰ 'ਚ ਹੁੰਦਾ। ਕਈ ਵਾਰ ਸੁਭਾਵਾਂ 'ਚ ਟਕਰਾਅ ਵੀ ਹੁੰਦਾ, ਲੇਕਿਨ ਜੇ ਸਮਝਣਾ ਸ਼ੁਰੂ ਕਰ ਦੇਣ ਭਈ ਲੜਕੀ ਸਮਝੇ ਕਿ ਲੜਕੇ ਦਾ ਕੀ ਸੁਭਾਅ ਹੈ, ਇਹ ਕਿਵੇਂ ਖੁਸ਼ ਰਹਿੰਦਾ, ਲੜਕਾ ਸਮਝੇ ਕਿ ਲੜਕੀ ਕਿਵੇਂ ਖੁਸ਼ ਰਹਿੰਦੀ ਹੈ, ਬਸ ਗੱਲ ਬਣ ਜਾਏਗੀ। ਜਿਵੇਂ ਅਸੀਂ ਪਰਮਾਤਮਾ ਨਾਲ ਸਾਂਝ ਬਣਾਉਣ ਦਾ ਯਤਨ ਕਰਦੇ ਹਾਂ, ਜੋ ਗੱਲਾਂ ਰੱਬ ਨੂੰ ਚੰਗੀਆਂ ਲੱਗਦੀਆਂ ਨੇ ਸਿੱਖ ਨੇ ਉਹੀ ਕੰਮ ਕਰਨਾ ਕਿ ਜਿਹੜੀਆਂ ਮੇਰੇ ਰੱਬ ਨੂੰ ਭਾਉਂਦੀਆਂ ਨੇ ਮੈਂ ਉਸ ਰਾਹ ਤੇ ਤੁਰਾਂ। ਜਿਹੜੇ ਰੱਬ ਨੂੰ ਨਹੀਂ ਪਾਉਂਦੇ, ਸਾਡੇ ਬਜ਼ੁਰਗ ਅਰਦਾਸ ਕਰਿਆ ਕਰਦੇ ਸਨ, ਹੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਕੰਮ ਕਰਾਈ ਜਿਹੜੇ ਤੈਨੂੰ ਚੰਗੇ ਲੱਗਦੇ ਨੇ, ਉਹ ਕੰਮ ਨਾ ਕਰਾਈ ਜਿਹੜੇ ਤੈਨੂੰ ਚੰਗੇ ਨਹੀਂ ਲੱਗਦੇ। ਬਸ ਗ੍ਰਸਥ ਦਾ ਵੀ ਇਹ ਮੁੱਢਲਾ ਅਸੂਲ ਹੈ, ਪਹਿਲਾ ਮੰਤਰ ਹੈ ਕਿ ਉਹ ਕੰਮ ਕਰਨੇ ਜਿਹੜੇ ਦੋਨਾਂ ਨੂੰ ਪਸੰਦ ਹੋ ਜਾਣ। ਕਿ ਪਹਿਲਾ ਤੇ ਦੂਜੀ ਲਾਮ ਦਾ ਮੁੱਖ ਉਪਦੇਸ਼ ਜੋ ਗ੍ਰਸਥ ਵੀ ਸਾਡੇ, ਕਿਉਂਕਿ ਗੁਰਮਤਿ ਵਿੱਚ ਇੱਕ ਪਾਸੇ ਸਾਡਾ ਅਧਿਆਤਮਿਕ ਜੀਵਨ ਹੈ ਮਨ ਦਾ, ਆਤਮਾ ਦਾ, ਦੂਜਾ ਸਾਡਾ ਸਰੀਰਕ ਜੀਵਨ ਹੈ। ਲੇਕਿਨ ਸੇਧ ਅਸੀਂ ਗੁਰਬਾਣੀ ਤੋਂ ਆਤਮਿਕ ਜੀਵਨ ਦੀ ਹੀ ਲੈਣੀ ਹੈ। ਇਹ ਪਰਮਾਰਥ ਦਾ ਜੀਵਨ ਜੇ ਸਾਨੂੰ ਸਮਝ ਆ ਗਿਆ, ਸਾਡਾ ਵਿਵਹਾਰਿਕ ਜੀਵਨ ਵੀ ਬਦਲ ਜਾਏਗਾ, ਸਾਡਾ ਖਾਣਾ ਬਦਲ ਜਾਏਗਾ, ਸਾਡਾ ਵੇਖਣਾ ਬਦਲ ਜਾਏਗਾ, ਸਾਡਾ ਬੋਲਣਾ ਠੀਕ ਹੋ ਜਾਏਗਾ, ਸਾਡਾ ਸੁਣਨਾ ਠੀਕ ਹੋ ਜਾਏਗਾ, ਸਾਡਾ ਤੁਰਨਾ ਵੀ ਠੀਕ ਹੋ ਜਾਏਗਾ, ਸਾਡੇ ਹਰ ਕੰਮ ਠੀਕ ਹੋ ਜਾਣਗੇ ਜੇ ਸਾਨੂੰ ਪਰਮਾਰਥ ਦਾ ਰਾਹ ਸਮਝ ਆ ਗਿਆ ਜ਼ਿੰਦਗੀ ਦਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਗ੍ਰਸਥ ਵਿੱਚ ਪ੍ਰਵੇਸ਼ ਰਹਿਣਾ, ਤਿਆਗ ਨਹੀਂ। ਇੱਥੇ ਤਿਆਗ ਦੀ ਕੋਈ ਥਾਂ ਨਹੀਂ ਹੈ ਗੁਰਮਤਿ ਦੇ ਅੰਦਰ। ਐਡਜਸਟਮੈਂਟ ਕਰਦੇ ਜਾਣਾ ਜ਼ਿੰਦਗੀ ਵਿੱਚ।
एक दूजे का स्वाद जानना है, कोशिश करनी है। ते दूजी लामच है शरीर दो ने, लड़की लड़का दो अलग अलग ने, लेकिन अंदरले विचार एक हो जान। दूजी लामच अगे असीं पढ़ांगे भी जे विचार वखरे वखरे ने मान लो लड़की लड़के दे, तो उन्होंने कोशिश करनी है, क्योंकि विच गुरु बैठा है। साझ कित्थों करनी है? जिवें कोई असीं सियाणा विच पा लेना भी वो फलाने बंदे नूं सियाणा पाओ, इन्हां दा झगड़ा हो गया मिटा देगा, नहीं, बाहरला कोई सियाणा नहीं, साडे सब तो सियाणा साडे कोल गुरु ग्रंथ साहिब जी है। लड़की लड़का भी अगर किते किसी गल ते मतभेद हो जान ते आ जान दोनों गुरु ग्रंथ साहिब दी हजूर च, पुछिए महाराज ये इस तरह कहती है, मैं इस तरह कहना, साडे दोनों चों एक गलत होएगा एक ठीक होएगा, तुसीं दस दिओ। ते मैं दावे नाल कह सकदा साथ संगत, जे असीं कदे अपनी जिंदगी विच भी इंज करना शुरू कर दईए, साडी हर गल दा जवाब गुरु ग्रंथ साहिब विचों मिल सकदा है, बशर्ते कि असीं इहनूं समझ समझ के पढ़ीए बाणी नूं। साडी हर मसले दा हल गुरु ग्रंथ साहिब विच है, पर असीं पढ़ना छड्डिया होया है, इसलिए सानूं कई बार मुश्किलात आउंदियां ने। ते गुरु पातशाह कहंदे ने शरीर दो ने पर इन्हां दी रूहां एक हो जाण, ये दूजी लाभ है। शरीर दो ने पर इन्हां दे अंदरले विचार एक हो जाण। तां ही मर्यादा विच लिखिया सी लड़की लड़के नूं आनंद कारज तो पहला उन्हां दा अमृत संचार किया जाए, दोनों अमृतधारी होण, ताकि अद्धी गल तो उत्थे निपट जाती है, वो भी अमृतधारी होए तो बहुत सारे मसले उहदे नाल ही निपट जाते हैं। फिर भी जे कोई गल शक शुबा रह जाए तो गुरु ग्रंथ साहिब जी साडे गुरु ने, इन्हां तो आके अपना नबेड़ा करा सकते हैं। तो पहली लाम सतगुरु जी किहड़ा किहड़ा नुकते सानूं समझाउंदे ने, आओ मैं एक एक करके नुकता तुहाडे नाल साझा करदा हां। हर पहली लाम प्रवृत्ति कर्म दड़ाया, बलराम जीओ हो बाणी ब्रह्मा वेद धर्म दरड़ो, पाप तजाया बलराम जीओ। हे भाई, जे तुसीं एडजस्टमेंट करना सीखना तां विच बाणी नूं रख लो, विचोला नहीं पाना। विचोले कई बार झूठ सच भी कर जाते हैं, एक दूजे के औगण भी छपा जाते हैं, सच के आधार नहीं गल करते। विचोला कई बार सच झूठ कर जाएगा, लेकिन जे बाणी नूं विच रख लईए, गुरु ग्रंथ साहिब नूं विच पा लईए, फिर साडा जो फैसला गुरु करेगा वो सानूं मनण योग होवेगा, क्योंकि बाणी ने जो कहना हमेशा सच ही कहना। बाणी ब्रह्मा वेद धर्म दड़ो, साडा वेद की है? बाणी, गुरु ग्रंथ साहिब साडा वेद है। इस दे आधार से अपने जीवन के फैसले करना शुरू करे लड़की लड़का दोनों, फिर की होएगा? अंदरों बाणी साडे औगण कढ़ दिंदी है, औगण कढ़े करे शुद्ध देहा। बाणी साडे औगणां नूं नाश करदी है। मेरी गलती मैनूं दस देगी, लड़की की गलती लड़की नूं गलती दसी जाएगी, क्योंकि बाणी ने सच ही कहना। पाप तजाया बलराम जीओ, ये धर्म है साडा जिंदगी का, कि अपनी जिंदगी विच ਜਿਹੜਾ भी फैसला कराइए गुरु ग्रंथ साहिब जी तो कराइए, ये साडा धर्म है ਅਤੇ धर्म का आधार है। धर्म दरड़ो हर नाम ते आवो, हमेशा परमात्मा का नाम जपिया करो। सिमरत नाम दरड़ाया, ये नाम जपना ही साडे वास्ते सिमरतियां का पाठ है। ਅਤੇ ਇਹ ਹੋਏਗਾ ਕਿਵੇਂ? सतगुर गुर पूराया राधो, सब किल विख पाप गवाया। अपने औगण कढ़दे जाना, बाणी पढ़ पढ़ के सिख के असी सिख हाँ, सिखते जाना जिंदगी विच। सिख के अपनिया माड़ियां गल्लां छड्डदे जाइए, निंदिया करनी छड्ड दईए, माड़ा बोलना छड्ड दईए, मिठा बोलना छड्ड दईए। बाबा फरीद ने बड़ी सुंदर उदाहरण दी है लड़की वास्ते। खाली मैं लड़की इसलिए कह रहा क्योंकि बाणी के अनुसार असी तुसी सारे लड़कियां ही हैं, पुरख एक ही रब ही है बस। नानक पुरख एक है, होर सगली नार सबाई, बाकी सब असी नारियां हैं। इसलिए लड़की का नाम वरत्या जाता है। यह भाव ये नहीं लेना कि लड़की वास्ते या लड़के वास्ते, नहीं, लड़के नूं भी यही है। बाबा फरीद ने कहा सी, अगर ये 3 गुण तू अपना लवें तुहाडा कदी कलेश नहीं होएगा जिंदगी। किहड़े किहड़े? कवण सो अखर, सवाल किया किहड़ा अखर वरतां? कवण सो अखर, कवण गुण, किहड़ा गुण धारण करां? कवण सो मणियां मंत्र, किहड़ा मंत्र पढ़ां? ताकि कवण सो वेसो हों करी, किहड़ा मैं पहरावा पहना ताकि मेरा पति खुश हो जाए? कवण सो वेसो हों करी, जित वसे आवे कंत। ते बाबा फरीद जी उत्तर दिंदे ने, पहला गुण धारण कर, निवण सो अखर, हमेशा नीवें रहना, निमरता विच रहना, ईगो विच नहीं आना, हंकार विच नहीं आना। ना लड़का आवे ना लड़की आवे, पर साडी लड़ाई हंकार तो शुरू होंदी है। लड़की कहती मैं अमीर घर तो आई हाँ, मैं इन्ना दाज लियांदा है, मैं इन्ने गहने लियांदे ने, तुहाडे घर की है? कख नहीं, एक छोटा जिहा मकान है तुहाडे घर, गड्डी भी है नहीं तुहाडे कोल, साइकिल ते जांदे हो सकता लड़ाई किसी गल ते भी हो जाए, ईगो हंकार। लेकिन बाबा फरीद कहते नहीं,
पहला गुण है दोनों वास्ते, लड़की वास्ते भी लड़के वास्ते, नीवे रहना, मिठा बोलना, नीवे रहना। निवण सो अखर खावण गुण ते हमेशा खिमा कर देना। ये दूजा गुण कि खिमा कर दो, गलती हो गई हो जाती है। टू एज इज ह्यूमन, मनुख असी मनुखा गलतियां करते हैं, लेकिन माफ करना सीख लीए। माफ करना सब तो रबी गुण गिना जाता साइंस के अंदर, कि जेड़ा माफ करना सीख गया। किसी असी ऐसे निकम्मे इंसान हाँ कि असी माफ नहीं कर सकते किसी ने, कि होगी गलती चलो माफ कर दो। कि बाबा फरीद कहते जे तुसी अपनी जिंदगी विच खुश रहना, लड़की लड़के ने, तो ये गुण धारण करो। निवण सो अखर, निवे रहना, निमरता धारण करनी। खावण गुण, माफ करना। जेहबा मणिया मन अते जबान को मिठा बोलना, हमेशा मिठे वचन बोलना, कौड़े वचन नहीं बोलना, क्योंकि मेरा मालिक भी कौड़े वचन नहीं बोलता। कौड़ा बोलना जानना, पूर्ण भगवान है वो, वाहिगुरु कदी कौड़ा नहीं बोलता। वो साडे औगणा नूं वेखदियां भी नहीं कौड़ा बोलता, असीं औगण भी करते हैं, फिर भी वो सानूं बख्श दिंदा है। ये बख्शना सीख लईए। निवण सो अखर खावण गुण, जेबा मणिया मंत, ए त्रै पैणे वेस कर, तां वस आवे कंत। तां पति परमेश्वर वस विच आ जांदा है, तां दोनों की आपसी सांझ बन सकती है। सतगुरु जी कहते धर्म दृढ़ो, हर नाम देवा ते आवो, सिमरत नाम दृढ़ाया, सतगुर गुर पूराया राधो। सच्चे गुरु की आराधना करो, सब किलविक पाप गवाया, अते अपने किलविक, अपने पाप, अपने अवगुण, अपन बुराइयां विचों कढ़दे जाओ। फिर की होवेगा? सहज आनंद होवा वड भागी, जिंदगी भी सहजे सहजे आनंद बनता जाएगा जो अपने अवगुण कढ़दे जावांगे। मन हर हर मीठा लाया, फिर पति नूं पति की हर गल चंगी लगेगी, फिर पति नूं पत्नी की हर गल चंगी लगेगी। जिवें सिख नूं वाहिगुरु की हर गल चंगी लगती है जो आनंद बन जाता है। फिर यह नहीं आखदा रबा यह की कीता जी, यह की कीता, नहीं, वाहिगुरु तेरा शुक्र है। गुरु तेग बहादुर साहब जी नूं सिखां ने पुछया सी, महाराज तुसीं तां किसी का बुरा नहीं करते, पर यह औरंगजेब तुहाडे खिलाफ क्यों है? तुहाडे उपर कष्ट क्यों आए हैं? तुहाडे दादे परदादे गुरु अर्जन नूं भी ततियां तवियां ते बिठा के शहीद कर दिता सी, ये क्यों? ऐसा क्यों हुंदा है? ते गुरु तेग बहादुर साहब कहने लगे ये रब दी मेहर है साडे ते। सिख बड़े हैरान होए, कहने लगे वो किवें? तुसीं किसी का बुरा नहीं करते ते तुहानूं मारन दीयां धमकियां दित्तियां जा रही। कहंदे रब दी मेहर है, क्यों ऐसा क्यों है? भगतां नूं क्यों ये मारां पैंदियां ने? भगतां नूं दुख क्यों आ जांदे ने जिंदगी विच? ते गुरु तेग बहादुर साहब जी दे बचन सन। कहने लगे जदों तकलीफां आंदियां ने सिख दा दिमाग तेज हो जाता है। ये रब दा एक रबी गुण साडे उपर बख्शिश है। कदी जिंदगी भी सौखी सुख हो ना, तुसीं देखो बंदा आराम प्रस्त हो जाता है, फिर सवेरे उठना छड़ देगा, आराम प्रस्त हो गया, AC लगे ने घर विच, फिर नींदर ही नहीं खुलती। जे बंदा कोई थोड़ी जी तकलीफ होवे फिर रात रात जागना भी शुरू कर लैंदा, उद्यमी हो जाता है इंसान। कितने मुश्किलात आ जाए, रस्ते की मुश्किलात आ जाए, दिमाग तेज काम करेगा। ये डॉक्टर आखदे ने जे मुश्किल नहीं आती जिंदगी, दिमाग स्लो हो जाता है, काम नहीं करता। फिर जे मुश्किलात आ जाए जिंदगी च, ये दिमाग तेज चलता है, फिर हल निकलता जाता है। ये रब की बख्शिश है। इसलिए जपजी विच गुरु नानक ने आख्या सी, एक ना दुख भूख सद मार, ए पी दातरी दातार। ये दात है उस वाहिगुरु की, ये कोई माड़ी गल नहीं है। दुख आ जाए कोई परवाह नहीं, क्योंकि चढ़दी कला विच रहना साडा जीवन सी। मन हर हर मीठा लाया, रब दी हर गल चंगी लगती है। जन कहे नानक लाम पहली, आरंभ काज रचाया। गृहस्थ दा ये पहला मंत्र है कि दोनों लड़की लड़के नूं एक दूजे की गल चंगी लगन लग पवे। ये यतन है पहली लाम राही। हुण दूसरी लाम च गुरु रामदास पातशाह जी बख्शिश करते हैं, हर दूजड़ी लाम सतगुर पुरख मिलाया, बलराम जीओ गुरु वाले बन जान। क्योंकि जो चलांगे जिंदगी के मार्ग ते मुश्किलात आउणगियां, लेकिन सतगुरु सानू राह तोरेगा। सतगुरु का दसिया होया मार्ग साडा गाड़ी राह बनेगा। निरपौ पै मन होए, साडा मन निरपौ हो जाएगा। जे गुरु दे लड़ लगांगे डर मुक जाणगे, कोई डर नहीं रहेगा। हौमै मैल गवाया, बलराम जीओ हौमै दी मैल निकल जाएगी। मैं हाँ मैं हाँ, मैं तगड़ा हाँ, मेरे को ये है, मेरे को ये मेरी मेरी मुक जाएगी जो सतगुरु विच आ गया। निर्मल पौ पाया, फिर भौ खत्म, डर खत्म, निर्मल भै बन जाएगा।
ਨਿਰਮਲ ਭੈ ਕੀ ਹੈ? ਸਤਕਾਰ ਅਦਬ। ਜਿਵੇਂ ਬੱਚਾ ਮਾਂ ਪਿਓ ਦਾ ਸਤਕਾਰ ਕਰਦਾ ਹੈ, ਡਰਦਾ ਨਹੀਂ ਹੈ ਮਾਂ ਪਿਓ ਕੋਲੋਂ, ਡਰ ਨਹੀਂ ਹੁੰਦਾ, ਉਹ ਸਤਕਾਰ ਹੁੰਦਾ ਕਿ ਮੇਰੀ ਮਾਂ ਹੈ, ਇਹਨੂੰ ਮੈਂ ਕੋਈ ਗੱਲ ਗਲਤ ਨਹੀਂ ਕਹਿਣੀ, ਮੇਰਾ ਪਿਤਾ ਹੈ, ਇਹਨੂੰ ਮੈਂ ਕੋਈ ਗਲਤ ਨਹੀਂ ਬੋਲਣਾ। ਇਹ ਨਿਰਮਲ ਭਾਵ ਹੈ। ਇਵੇਂ ਸਿੱਖ ਗੁਰੂ ਦੇ ਅੱਗੇ, ਗੁਰੂ ਤੋਂ ਡਰਦਾ ਨਹੀਂ ਹੈ ਸਿੱਖ। ਗੁਰੂ ਮਾਰਦਾ ਵੀ ਨਹੀਂ ਸਾਨੂੰ ਡੰਡਾ, ਪਰਮੇਸ਼ਰ ਸਾਨੂੰ ਦੁੱਖ ਨਹੀਂ ਦਿੰਦਾ, ਦੁੱਖ ਤਾਂ ਸਾਡੇ ਆਪਣੇ ਕਰਮਾਂ ਕਰਕੇ ਆਉਂਦੇ ਨੇ। ਲੇਕਿਨ ਅਸੀਂ ਅਦਬ ਸਤਕਾਰ ਰੱਖਦੇ ਹਾਂ ਗੁਰੂ ਦਾ, ਕਿ ਗੁਰੂ ਸਾਡੇ ਅੰਗ ਸੰਗ ਰਹੇ। ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਹਮੇਸ਼ਾ ਗੁਣ ਗਾਣੇ ਨੇ। ਹੁਣ ਇਹ ਨੁਕਤਾ ਸਮਝਣ ਵਾਲਾ ਲੜਕੀ ਤੇ ਲੜਕੇ ਵਾਸਤੇ ਲਾਵਾਂ ਦਾ ਪਾਠ ਤਾਂ ਸਿਖਾਇਆ ਜਾਂਦਾ ਹੈ ਵੀ ਤੁਸੀਂ ਲੜਕੀ ਤੇ ਲੜਕੇ ਨੇ ਇੱਕ ਦੂਜੇ ਦੇ ਔਗਣ ਨਹੀਂ ਛਾਂਟਣੇ। ਵੀ ਤੇਰੀ ਮਾਂ ਨੇ ਤੈਨੂੰ ਕੀ ਸਿਖਾਇਆ? ਉਹ ਕਹਿੰਦੀ ਤੇਰੀ ਮਾਂ ਨੇ ਕੀ ਸਿਖਾਇਆ? ਫਿਰ ਲੜਾਈਆਂ ਪੈ ਗਈਆਂ ਘਰ ਵਿੱਚ। ਤੂੰ ਸਿੱਖ ਕੀ ਆਈ ਤੇ ਲੈ ਕੇ ਕੀ ਆਈ? ਮੇਰੇ ਘਰ ਇਹ ਸੀ ਉਹ ਸੀ, ਲੜਾਈਆਂ ਪੈ ਗਈਆਂ। ਪਰ ਜੇ ਗੁਣ ਦੇਖਣ ਲੱਗ ਪੈਣ, ਇੱਕ ਦੂਜੇ ਦੇ ਗੁਣ ਦਸੀਏ ਵੀ ਤੇਰੇ ਚ ਆਹ ਗੁਣ ਚੰਗਾ ਹੈ, ਤੇਰੇ ਚ ਆਹ ਗੁਣ ਚੰਗਾ ਹੈ। ਉਹ ਲੜਕੀ ਦੇ ਗੁਣ ਦੱਸੇ, ਉਹ ਲੜਕੇ ਦੇ ਗੁਣ ਦੱਸੇ। ਗੁਣ ਦੱਸਦਿਆਂ ਦੱਸਦਿਆਂ ਔਗਣ ਮਿਟ ਜਾਂਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੀ ਸੁੰਦਰ ਗੱਲ ਲਿਖੀ ਹੈ ਇੱਕ। ਉਹ ਕਹਿੰਦੇ ਗੰਦੇ ਘੜੇ ਵਿੱਚ ਵੀ ਸਾਫ਼ ਪਾਣੀ ਦੀ ਬੂੰਦ ਬੂੰਦ ਪਾਉਂਦੇ ਜਾਓ, ਸਾਫ਼ ਪਾਣੀ ਦੀ ਬੂੰਦ ਬੂੰਦ ਪਾਓ। ਇੱਕ ਦਿਨ ਆਏਗਾ ਉਹ ਗੰਦਾ ਪਾਣੀ ਸਾਰਾ ਬਾਹਰ ਨਿਕਲ ਜਾਏਗਾ, ਘੜਾ ਸਾਫ਼ ਪਾਣੀ ਨਾਲ ਭਰ ਜਾਏਗਾ। ਬਸ ਇਹੀ ਇਨਸਾਨ ਦੀ ਹਾਲਤ ਹੈ। ਜੇ ਲੜਕੀ ਲੜਕਾ ਦੋਜੇ ਇੱਕ ਦੂਜੇ ਦੇ ਗੁਣਾਂ ਦੀ ਸਾਂਝ ਪਾਉਣ ਲੱਗ ਪੈਣ, ਸਾਂਝ ਕਰੀ ਜਾਏ, ਗੁਣਾ ਕੇਰੀ ਛੋੜ ਔਗਣ ਚੱਲੀ ਹੈ, ਔਗਣ ਛੱਡਦੇ ਜਾਈਏ, ਔਗਣ ਇਕੱਠੇ ਕਰਦੇ ਜਾਈਏ, ਆਪਸ ਵਿੱਚ ਬਣ ਪਾਵੇਗੀ। ਇਹ ਤੀਸਰੀ ਲਾਮ ਵਿੱਚ ਦੂਜੀ ਲਾਮ ਦਾ ਸੰਦੇਸ਼ ਗੁਰੂ ਰਾਮਦਾਸ ਜੀ ਦਿੰਦੇ ਨੇ। ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਗੁਣਾਂ ਨੂੰ ਗਾਇਨ ਕਰਨਾ। ਹਰ ਵੇਖੈ ਰਾਮ ਹਦੂਰੇ। ਉਹ ਵਾਹਿਗੁਰੂ ਹਰ ਸਮੇਂ ਸਾਨੂੰ ਵੇਖ ਰਿਹਾ ਹੈ। ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਿਆ ਭਰਪੂਰੇ। ਉਹ ਲੜਕੀ ਵਿੱਚ ਵੀ ਬੈਠਾ ਰੱਬ ਹੈ, ਲੜਕੇ ਵਿੱਚ ਵੀ ਰੱਬ ਹੈ, ਹਰ ਜ਼ਰੇ ਜ਼ਰੇ ਦੇ ਵਿੱਚ ਰੱਬ ਬੈਠਾ ਹੈ। ਉਹ ਵੇਖ ਰਿਹਾ ਹੈ ਕਿ ਤੁਸੀਂ ਕਰ ਕੀ ਰਹੇ ਹੋ। ਤੁਸੀਂ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੋਗੋਗੇ, ਪਰ ਵਾਹਿਗੁਰੂ ਕਹਿੰਦਾ ਕਿ ਤੁਸੀਂ ਇੱਕ ਦੂਜੇ ਦੇ ਗੁਣ ਵੇਖੋ, ਔਗਣ ਨਾ ਚਿਤਾਰੋ। ਇਹੀ ਅਰਦਾਸ ਕਰਨੀ ਹੈ, ਔਗਣ ਕੋ ਨਾ ਚਿਤਾਰੇ। ਉਹ ਵਾਹਿਗੁਰੂ ਵੀ ਸਾਡੇ ਔਗਣ ਨਹੀਂ ਚਿਤਾਰਦਾ। ਕਦੀ ਕਿਤੇ ਰੱਬ ਨੇ ਫੈਸਲਾ ਕੀਤਾ ਵੀ ਇਹ ਬੰਦਾ ਨਾਂ ਨਹੀਂ ਲੈਂਦਾ ਰੱਬ ਦਾ, ਇਹਦੀ ਰੋਟੀ ਬੰਦ ਕਰ ਦਿਓ। ਅਸੀਂ ਕਹਿੰਦੇ ਬੱਚਿਆਂ ਦੀ ਰੋਟੀ ਬੰਦ ਕਰ ਦਿਓ, ਅੱਜ ਤੈਨੂੰ ਰੋਟੀ ਨਹੀਂ ਮਿਲਣੀ, ਤੂੰ ਗੁਰਦੁਆਰੇ ਨਹੀਂ ਗਿਆ ਤੇਰੀ ਰੋਟੀ ਬੰਦ। ਕਈ ਵਾਰੀ ਗੁੱਸੇ ਵਿੱਚ ਆ ਕੇ ਮਾਵਾਂ ਜੀ ਕਹਿ ਦਿੰਦੀਆਂ ਨੇ, ਸਾਨੂੰ ਕਹਿੰਦੀਆਂ ਸਾਨੂੰ, ਲੇਕਿਨ ਸਿੱਖੀ ਨਹੀਂ ਕਹਿੰਦੀ, ਗੁਰਮਤਿ ਕਹਿੰਦੀ ਨਹੀਂ, ਉਹ ਔਗਣ ਨਹੀਂ ਚਿਤਾਰਦਾ, ਮਾਂ ਵੀ ਔਗਣ ਨਹੀਂ ਚਿਤਾਰਦੀ। ਉਹ ਸਮਝਾਉਂਦੀ ਹੈ ਕਿ ਜਾ ਬੇਟਾ ਗੁਰਦੁਆਰੇ ਜਾ ਬੇਟਾ ਪਾਠ ਕਰ, ਤੈਨੂੰ ਗੁਰਦੁਆਰੇ ਜਾਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ। ਪਰ ਉਹ ਸਜ਼ਾ ਨਹੀਂ ਦਿੰਦੀ, ਉਹ ਸਮਝਾਉਂਦੀ ਹੈ। ਤੇ ਗੁਰੂ ਵੀ ਸਮਝਾਉਂਦੇ ਨੇ, ਉਹ ਔਗਣ ਨਹੀਂ ਚਿਤਾਰਦਾ, ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ, ਕਿਉਂਕਿ ਹਰ ਸਮੇਂ ਉਹ ਵੇਖਦਾ ਹੈ। ਸਰਬਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ। ਕਿਉਂਕਿ ਉਹਨੂੰ ਲੱਭਣ ਲੱਗ ਪੈਂਦਾ ਕਿ ਮੇਰੇ ਅੰਦਰ ਵੀ ਰੱਬ ਹੈ, ਬਾਹਰ ਵੀ ਰੱਬ ਹੈ, ਹਰ ਪਾਸੇ ਰੱਬ ਹੀ ਹੈ। ਜਿੱਧਰ ਵੇਖਦਾ ਹਾਂ ਉਧਰ ਵਾਹਿਗੁਰੂ ਹੀ ਵਾਹਿਗੁਰੂ ਹੈ। ਹਰ ਵੇਖੈ ਰਾਮ ਹਦੂਰੇ, ਹਰਿ ਆਤਮ ਰਾਮ ਪਸਾਰਿਆ ਸੁਆਮੀ, ਸਰਬਰਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ। ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ। ਫਿਰ ਅੰਦਰ ਸ਼ਬਦ ਦੀ ਆਵਾਜ਼ ਆਉਣ ਲੱਗ ਪੈਂਦੀ ਹੈ, ਅੰਦਰੋਂ ਬਾਣੀ ਦੀ ਆਵਾਜ਼ ਆਉਂਦੀ ਹੈ ਕਿ ਇਹ ਸਰੀਰਾ ਮੇਰਿਆ, ਇਸ ਜਗ ਮੇਂ ਆਏ ਕਿਆ ਤੁਧ ਕਰਨ ਕਮਾਇਆ। ਅੰਦਰੋਂ ਸਵਾਲ ਉੱਠਦੇ ਨੇ, ਫਿਰ ਅੰਦਰੋਂ ਹੀ ਜਵਾਬ ਆਉਂਦਾ ਕਿ ਇਹ ਸਰੀਰਾ ਮੇਰਿਆ, ਹਰ ਜੀ ਤੇਰਾ ਨਾਲ ਹੈ, ਹਰ ਵੇਖੈ ਰਾਮ ਹਦੂਰੇ, ਤੈਨੂੰ ਵੇਖ ਰਿਹਾ। ਜਦੋਂ ਅੰਦਰੋਂ ਆਵਾਜ਼ ਆਏਗੀ ਉਦੋਂ ਮਨੁੱਖ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਫਿਰ ਕੀ ਹੁੰਦਾ, ਮਨ ਵਿੱਚ ਚਾਹ ਜਦੋਂ ਬਦਲਣਾ ਸ਼ੁਰੂ ਹੋ ਜਾਏ। ਇੱਕ ਬੱਚੇ ਨੂੰ ਸਵਾਲ ਨਹੀਂ ਆਉਂਦੇ, ਉਹਨੂੰ ਕੋਈ ਕੁਐਸਚਨ ਨਹੀਂ ਸਮਝ ਆ ਰਿਹਾ, ਮਾਸਟਰ ਝਿੜਕਦਾ ਕਿ ਤੈਨੂੰ ਸਮਝ ਨਹੀਂ ਆਈ, ਫਿਰ ਸਮਝਾਉਂਦਾ ਨਹੀਂ ਆਈ ਸਮਝ, ਫਿਰ ਸਮਝ ਆਉਂਦੀ ਹੈ। ਜਦੋਂ ਸਮਝ ਆ ਜਾਂਦੀ ਹੈ ਬੱਚਾ ਖੁਸ਼ ਹੋ ਜਾਂਦਾ, ਕਹਿੰਦਾ ਸਰ ਜੀ ਹੁਣ ਮੈਂ ਸਾਰੇ ਸਵਾਲ ਕਰ ਲਵਾਂ, ਹੁਣ ਮੈਨੂੰ ਸਮਝ ਆ ਗਈ, ਬੜਾ ਖੁਸ਼ ਹੁੰਦਾ। ਇੰਜ ਜਦੋਂ ਸਮਝ ਆਉਣ ਲੱਗਦੀ ਹੈ ਉਦੋਂ ਫਿਰ ਤੀਸਰੀ ਅਵਸਥਾ, ਤੀਜੀ ਲਾਮ, ਗੁਰੂ ਰਾਮਦਾਸ ਜੀ ਕਹਿੰਦੇ ਹਰ ਤੀਜਰੀ ਲਾਮ ਮਨ ਚਾਹੋ ਪਿਆ। ਫਿਰ ਚਾਹ ਪੈਦਾ ਹੁੰਦਾ ਹੈ। ਪਹਿਲਾਂ ਔਖਾ ਲੱਗਦਾ ਹੈ, ਪਤਾ ਨਹੀਂ ਮੇਰੇ ਘਰ ਵਾਲਾ ਕਿਹੋ ਜਿਹਾ ਹੋਏਗਾ, ਉਹ ਸੋਚਦਾ ਹੋਣਾ ਮੇਰੀ ਘਰ ਵਾਲੀ ਪਤਾ ਨਹੀਂ ਕਿਹੋ ਜਿਹੀ ਹੋਣੀ ਹੈ। ਪਹਿਲਾਂ ਤਾਂ ਚਿੰਤਾ ਹੁੰਦੀ ਥੋੜੀ ਬਹੁਤ, ਪਰ ਜਦੋਂ ਸਮਝ ਆਉਂਦੇ ਨੇ, ਇੱਕ ਦੂਜੇ ਦੇ ਸੁਭਾਵਾਂ ਨੂੰ ਮਿਲ ਜਾਂਦੇ ਨੇ, ਅੰਦਰ ਚਾਹੋ ਚੜ ਜਾਂਦਾ ਹੈ। ਹਰ ਤੀਜਰੀ ਲਾਮ ਮਨ ਚਾਹੋ ਪਿਆ, ਬੈਰਾਗੀਆਂ ਬਲਰਾਮ ਜੀਓ। ਦੋ ਅਵਸਥਾ ਫਿਰ ਵਾਪਰਦੀਆਂ ਨੇ ਆਨੰਦ ਕਾਰਜ ਦੇ ਵਿੱਚ। ਪਹਿਲੀ ਅਵਸਥਾ ਚਾਹ ਮਿਲਣ ਦਾ, ਪਤੀ ਪਤਨੀ ਦਾ ਮੇਲ। ਦੂਜੀ ਅਵਸਥਾ ਬੈਰਾਗ ਦੀ, ਕਿ ਮੈਂ ਆਪਣੇ ਪਰਿਵਾਰ ਤੋਂ ਵਿਛੜ ਕੇ ਜਾ ਰਹੀ ਹਾਂ, ਮੈਂ ਨਵੇਂ ਘਰ ਜਾ ਰਹੀ ਹਾਂ। ਇਹ ਬੈਰਾਗ ਦੀ ਅਵਸਥਾ ਹੈ। ਇਹ ਦੋਨੋਂ ਇਕੱਠੀਆਂ ਚੱਲਦੀਆਂ ਨੇ। ਨਾ ਬੈਰਾਗੀ ਹਮੇਸ਼ਾ ਬਣਿਆ ਰਹਿਣਾ, ਨਾ ਚਾਹ ਦੇ ਵਿੱਚ ਹੀ ਰਹਿਣਾ, ਕਿਉਂ ਜੇ ਹਮੇਸ਼ਾ ਚਾਹ 'ਚ ਰਿਹਾ ਫਿਰ ਗਲਤੀਆਂ ਹੋਣ ਲੱਗ ਪੈਣਗੀਆਂ।
बैराग भी रखना कि मैं एक घर छड़ के चली हाँ, अपने सहुरे घर जाना। जे सहुरे घर जावांगी मैं ਜਿਹੜੇ गुण अपने घरों सीख के जाने ने वो सहुरे घर जाके वरतने ने। मेरी असल पूंजी इहो ही है। गुरु अंगद देव जी महाराज ने अपनी बेटी अमरों ਨੂੰ आख्या सी, बेटी तू जा रही है सहुरे घर, एक ख्याल रखी ਜਦੋਂ तक बुलाइए ना तो आवी ना। पुराने बुजुर्ग भी आख्या करते सन, बेटी कभी भी अपने पेके घर नहीं रुस के आउंदी कदी, कि बेटी ਜਦੋਂ तक ਅਸੀਂ बुलाइए ना नहीं आना। ਤੇ ਸਮਾਂ ਆਇਆ बाबा अमरदास जी कहने लगे, बेटी मैनू पता लग्या कि गुरु नानक दी गद्दी दा वारस गुरु अंगद है, मैनू मिला सकदी है। ते बीबी अमरों कहने लगी तुसीं मिले होए हो? कहंदे कदों? कहंदे तुसीं बरात विच गए सी। वो चाचा सहुरा लगदे सन। कहने लगे हैं अच्छा वो मेरे वो गुरु अंगद देव जी हैं, चल मैनू लैके चल मिला उन्होंने। पहला मैं कुड़म बन के गया सा, हुण मैं सिख बन के जावांगा। बाबा अमरदास जी गुरु अंगद साहब जी जा मिले ते बीबी ने आख्या की सी, पिता जी मैनू आख्या सी पिता ने कि बिना बुलाया नहीं आना, मैं तुहानू किवें लैके जावांगी उत्थे। वो कहने लगे इस गलती की माफी मैं मंग लवांगा कि मैं लैके आया ये आप नहीं आई। ये गुण सिखाए जाते सन लड़कियां नूं। ते सतगुरु जी भी कहते हैं तीसरी लाम का मुख भाव है चाओ ते बैराग कट्ठा रहे। चाह भी रहे कि मेरा असल घर सहुरा घर है, बैराग भी रहे कि मैं पेके घर दी भी मेरी जिम्मेवारी है। सियाने बुजुर्ग क्या करते सन, लड़की ते लड़का एक पुल बन जाते हैं, जेडे दो शरीर नहीं दो परिवारों को इकट्ठा कर देते हैं। जे पुल बन के काम करनगे तो गृहस्थ आनंद कारज है। जे पुल नहीं बनया विछोड़ तोड़ बन गया तो गुरु साहब जी कहते पेवकड़ै सौरी वत सबकी सांझी, पेवकड़ै धन वखे आप कुछ अजी, दोष न देऊं जाना ना ही रखे। मेरे साहिबा हूँ आपे भरम भुलानी, अखर लिखे सही गावां और ना जाना बाणी। ये फिर मेरी अपनी गलती है कि मैं जो सिक्ख्या लई सी गुरु तो उसनू निभा नहीं रही। ते सतगुरु कहते हैं हर तीजरी लामन चाओ पया, बैरागियां बलराम जियो, संत जना हर मेल हर पाया, बड़े भागियां बलराम जियो। ये अवस्था बनेगी सत्संगत विच। दोनों लड़की लड़का अगर सत्संगत भी जुड़े रहन, अज हर बीमारी को संगत तो लगती है। जे संगत ना जुड़े रहिए, जिवें अज असीं इत्थे संगत रूप च बैठे हैं, कुछ ना कुछ चंगी गल कोई एक अद्धी गल पल्ले बन के जाइए तो साडा जीवन आनंद कारज वाला बन जाए, आनंदमई बन जाए। ते सतगुरु कहते हैं संत जना हर मेल, गुरमुखां दी संगत विच मिल के बैठिए ताकि असीं भी वडभागी बन जाइए, परमात्मा दी समझ सानू आ जाए। निर्मल हर पाया हर गुण गाया, मुख बोली हर बाणी। मैं भी अपनी जुबान तो अपनी रसना तो बाणी का उच्चारण करा। संत जना वड भागी पाया, हर कथी है अकथ कहानी। वडे भागा नाल गुरु की संगत विचों बाणी पढ़न की आदत सानू जाग पाएगी। आप बाणी नूं समझ समझ के पढ़न की लाग लग जाएगी। हिरदय हर 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 तनु उपजी, साडे मन विच एक धुनी उपजेगी, एक संगीत छिड़ेगा कि है बाणी इन्नी वधिया सानू सिखमत दिंदी है। हिरदय हर 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 तनु उपजी, हर जपीए मस्तक भाग जियो। साडे मत्थे दे भाग जाग जाणगे जे असीं बाणी नूं पढ़ना शुरू कर देवांगे। जन नानक बोले तीजी लावैं, हरि उपजै मन बैराग जियो। ये असल विच बैराग है गुरमत दा। एक बैराग वो सी जिहड़े उपराम होके घर बार छड्ड के जंगलां नूं चले जांदे सन, पर सिख दा बैराग की है घर विच रहिंदियां ही, घर दे सुख आराम विच रहिंदियां भावें दुख होण सुख होण हमेशा गुरु दे लड़ लगे रहना। ये मन का बैराग है। जे ऐसा जीवन बन गया फिर चौथी अवस्था है सहज टिकाऊ, सदा आनंद बन जाता है। चौथी लाम विच गुरु रामदास पातशाह जी बख्शिशदे हन हर चौथड़ी लाम। चौथी लाम की है, चौथा पड़ाव की है जिंदगी का। पहला पड़ाव सी एक दूजे नूं समझना, दूजा पड़ाव सी सुभाव मिला लेना, ते तीजी गल सी बैराग पैदा करना। बैराग तो बाद चौथी लाम है जीवन आनंदमई बना लेना, एक दूजे के पूरक बन जाना, सहज विच रहना, टिकाऊ विच रहना, भटकना नहीं है। हर चौथड़ी लाम, चौथी लाम की है मन सहज पया। मन विच सहज आ गया, टिकाऊ आ गया, मन सहज पया। हर पाया बलराम जियो, असल विच मालिक दा मिलाप हो गया। गुरमुख मिलिया सुभाए, गुरु दे सन्मुख रखिया साडा सुभाव बदल गया। सहजे सुभाए उस परमात्मा नाल मेल हो गया। हर मन तन मीठा लाया बलराम जियो, मन विच हर गल मिठी लगन लग पई, एक दूजे दे सुभाव नाल सुभाव मिल गया। हर मीठा लाया
ਚੰਗੀ ਗੱਲ ਲੱਗੀ, ਹਰ ਗੱਲ ਮਿੱਠੀ ਲੱਗਣ ਲੱਗ ਪਈ। ਮੇਰੇ ਪ੍ਰਭ ਭਾਇਆ, ਇਹ ਗੱਲ ਮੇਰੇ ਵਾਹਿਗੁਰੂ ਨੂੰ ਚੰਗੀ ਲੱਗੀ। ਅਨ ਦਿਨ ਹਰ ਲਿਵ ਲਾਈ, ਫਿਰ ਹਰ ਰੋਜ਼ ਹਰ ਘੜੀ ਹਰ ਪਲ ਲਿਵ ਉਸ ਪਰਮਾਤਮਾ ਨਾਲ ਜੁੜੀ ਰਹੀ। ਮਨ ਚਿੰਦਿਆ ਫਲ ਪਾਇਆ ਸੁਆਮੀ, ਫਿਰ ਮਨ ਵਿੱਚ ਜੋ ਇੱਛਾ ਕਰਾਂਗੇ ਉਹ ਪੂਰਨ ਹੋ ਜਾਵੇਗੀ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਧਾਈ, ਫਿਰ ਆਨੰਦਕਾਰੀ ਦੀਆਂ ਵਧਾਈਆਂ ਮਿਲਣਗੀਆਂ। ਫਿਰ ਅਸਲ ਜੀਵਨ ਦੀ ਵਧਾਈ ਮਿਲਦੀ ਹੈ ਵੀ ਇਸ ਬੰਦੇ ਦਾ, ਇਸ ਮਨੁੱਖ ਦਾ ਜੀਵਨ ਵਧਾਈ ਦਾ ਪਾਤਰ ਹੈ, ਇਹ ਵਧਾਈ ਦੇ ਕਾਬਲ ਨੇ, ਇਸ ਨੂੰ ਵਧਾਈਆਂ ਮਿਲਦੀਆਂ ਨੇ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਜਿਸ ਵਾਹਿਗੁਰੂ ਨੇ ਇਹ ਕਾਰਜ ਦੀ ਰਚਨਾ ਕੀਤੀ ਹੈ, ਇਹ ਸਿਸਟਮ ਬਣਾਇਆ ਆਨੰਦ ਕਾਰਜ ਦਾ, ਇਹ ਸਿਸਟਮ ਬਣਾਇਆ ਪਤੀ ਪਤਨੀ ਦੇ ਮੇਲ ਦਾ, ਇਸ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਹਰ ਪ੍ਰਭ ਠਾਕੁਰ ਉਸ ਮਾਲਕ ਨੇ ਇਹ ਕਾਜ ਰਚਾਇਆ ਹੈ। ਇਸ ਕਾਰਜ ਨੂੰ ਸਫਲਾ ਵੀ ਆਪ ਹੀ ਕਰਨਾ। ਤਨ ਹਿਰਦੈ ਨਾਮ ਵਿਗਾਸੀ, ਇਸ ਜੀਵ ਇਸਤਰੀ ਦੇ ਮਨ ਵਿੱਚ ਨਾਮ ਦਾ ਵਿਗਾਸ, ਨਾਮ ਦੀ ਖੁਸ਼ੀ, ਨਾਮ ਦਾ ਖੇੜਾ ਲਟ ਲਟ ਬਲਦਾ ਹੈ। ਤੇ ਜਨ ਨਾਨਕ ਬੋਲੇ ਚੌਥੀ ਲਾਵ, ਦਾਸ ਨਾਨਕ ਆਖਦਾ ਹੈ ਕਿ ਜੀਵਨ ਦੇ ਇਸ ਆਨੰਦ ਕਾਰਜ ਦੀ ਇਹ ਚੌਥੀ ਲਾਵ ਹੈ। ਹਰ ਪਾਇਆ ਪ੍ਰਭ ਅਬਿਨਾਸ਼ੀ, ਉਹ ਵਾਹਿਗੁਰੂ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਆਦ ਵੀ ਸੱਚ ਹੈ, ਜੁਗਾਦ ਵੀ ਸੱਚ ਹੈ, ਹੈਪੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਉਹ ਹਮੇਸ਼ਾ ਸਾਡੀ ਜ਼ਿੰਦਗੀ ਦਾ ਆਸਰਾ ਬਣਿਆ ਰਹੇਗਾ। ਜਿਸ ਦਿਨ ਸਤਨਾਮ ਸਾਡੀ ਜ਼ਿੰਦਗੀ ਵਿੱਚ ਆ ਗਿਆ, ਜਿਸ ਦਿਨ ਅਬਿਨਾਸ਼ੀ ਪ੍ਰਭੂ ਸਾਡੇ ਹਿਰਦੇ ਵਿੱਚ ਵਸ ਗਿਆ, ਉਦੋਂ ਅਸੀਂ ਇੱਕ ਓੰਕਾਰ ਦਾ ਰੂਪ ਹੋ ਜਾਵਾਂਗੇ। ਇੱਕ ਓੰਕਾਰ ਦਾ ਰੂਪ ਬਣ ਕੇ ਹੀ ਅਸੀਂ ਗੁਰਪ੍ਰਸਾਦ ਦੇ ਆਖਰੀ ਡੰਡੇ ਤੇ ਪਹੁੰਚ ਕੇ ਅਸੀਂ ਗੁਰਮੁਖ ਬਣ ਜਾਵਾਂਗੇ। ਜਿਹੜਾ ਗੁਰਮੁਖ ਬਣ ਗਿਆ ਉਹ ਸਦਾ ਜਿਉਂਦਾ ਰਹਿੰਦਾ ਹੈ, ਸਦਾ ਖੁਸ਼ੀ ਰਹਿੰਦੀ ਹੈ, ਸਦਾ ਆਨੰਦ ਦਾ ਕਾਰਜ ਹੈ। ਪਰ ਜਿਹੜਾ ਮਨ ਦੇ ਪਿੱਛੇ ਚੱਲਿਆ, ਉਹ ਦੁਖੀ ਹੋਇਆ, ਟੈਨਸ਼ਨ ਵਿੱਚ ਪਿਆ, ਦੁੱਖਾਂ ਨੂੰ ਭੋਗਦਾ ਰਿਹਾ, ਤੇ ਅੰਤ ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ। ਸਤਿਗੁਰੂ ਬਖਸ਼ਿਸ਼ ਕਰਨ, ਜਿਵੇਂ ਇਸ ਪਰਿਵਾਰ ਨੇ ਆਪਣੇ ਬੱਚੇ ਦੇ ਆਨੰਦ ਕਾਰਜ ਦੀ ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਗੁਰਬਾਣੀ ਦਾ ਓਟ ਆਸਰਾ ਲਿਆ, ਅਸੀਂ ਯਤਨ ਕਰਿਆ ਕਰੀਏ ਆਪਣੇ ਬੱਚਿਆਂ ਨੂੰ ਆਨੰਦ ਕਾਰਜ ਤੋਂ ਪਹਿਲਾਂ ਗੁਰਮਤਿ ਦੀ ਗੁੜਤੀ ਜ਼ਰੂਰ ਦਈਏ, ਤਾਂ ਕਿ ਬੱਚੇ ਬੱਚੀਆਂ ਆਪਣੇ ਜੀਵਨ ਵਿੱਚ ਜਿੱਥੇ ਆਪਣਾ ਜੀਵਨ ਵਧੀਆ ਬਣਾਉਣ, ਉੱਥੇ ਪਰਿਵਾਰਾਂ ਨੂੰ ਵੀ ਖੁਸ਼ੀਆਂ ਤੇ ਖੇੜੇ ਬਖਸ਼ਣ। ਇਹੀ ਅਰਦਾਸ ਹੈ। ਸਤਿਗੁਰੂ ਇਸ ਪਰਿਵਾਰ ਤੇ ਮੇਰਾ ਭਰਿਆ ਹੱਥ ਰੱਖੇ, ਇਸ ਕਾਰਜ ਵਿੱਚ ਸਾਖੀ ਰੂਪ ਹੋ ਕੇ, ਉਪਦੇਸ਼ਕ ਰੂਪ ਹੋ ਕੇ ਆਪ ਵਰਤੇ, ਅਤੇ ਇਸ ਆਨੰਦ ਕਾਰਜ ਨੂੰ ਸਫਲਤਾ ਨਾਲ ਨੇਪਰੇ ਚਾੜਨ ਦੀ ਤਾਕਤ ਸਮਰੱਥਾ ਬਖਸ਼ੇ। ਵਿਚਾਰਾਂ ਕਰਦਿਆਂ ਬੇਅੰਤ ਗੱਲਾਂ ਹੋ ਜਾਂਦੀਆਂ ਨੇ। ਆਓ ਯਤਨ ਕਰੀਏ। ਇਸ ਬੱਚੇ ਬੱਚੀ ਦਾ ਤਾਂ ਆਨੰਦ ਕਾਰਜ ਹੈ, ਇਹਨਾਂ ਨੂੰ ਤਾਂ ਇਹ ਗੁਰਮਤਿ ਦੀ ਸੋਝੀ ਆਉਣੀ ਕਰਾਉਣੀ, ਲੇਕਿਨ ਅਸੀਂ ਆਪਣੇ ਜੀਵਨ ਵਿੱਚ ਵੀ ਆਨੰਦ ਦੀ ਅਵਸਥਾ ਦੇ ਪਾਤਰ ਬਣ ਸਕੀਏ, ਤਾਂ ਕਿ ਸਾਡਾ ਵੀ ਲੋਕ ਅਤੇ ਪਰਲੋਕ, ਲੋਕ ਜਿਹੜਾ ਅਸੀਂ ਪਿਛਲਾ ਜੀਵਨ ਬਿਤਾ ਲਿਆ, ਪਰਲੋਕ ਜੋ ਆਉਣ ਵਾਲਾ ਬਿਤਾਉਣਾ, ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਹਮੇਸ਼ਾ ਵਾਹਿਗੁਰੂ ਸਾਡੇ ਅੰਗ ਸੰਗ ਰਹੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਸ ਵਾਹਿਗੁਰੂ ਦੀ ਯਾਦ ਵਿੱਚ ਟਿਕੇ ਰਹੀਏ ਤੇ ਜੀਵਨ ਆਨੰਦਮਈ ਬਣ ਜਾਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।